ਓੰਕਾਰ ਸਤਿਨਾਮ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨ ਸਕਉ ਤੂੰ ਠਾਕੁਰ ਊਚ ਭਗਵਾਨਾ। ਪਰਮ ਸਤਿਕਾਰਯੋਗ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਸਰੂਪ ਸਾਧ ਸੰਗਤ ਜੀ, ਅਦਬ ਸਤਿਕਾਰ ਸਹਿਤ ਗੁਰ ਫਤਿਹ ਦੀ ਸਾਂਝ ਪਾਓ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਸਾਹਿਬ ਜੀ ਨੇ ਕਿਰਪਾ ਕਰਕੇ ਆਪਾਂ ਸਾਰਿਆਂ ਨੂੰ ਬ੍ਰਹਮ ਗਿਆਨੀ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਖੋਵਾਲ ਵਾਲੇ ਤਿਨਾਂ ਦੇ ਪਵਿੱਤਰ ਜੀਵਨ ਦੀ ਵਿਚਾਰ ਪਿਛਲੇ ਕੁਝ ਦਿਨਾਂ ਤੋਂ ਇਹ ਸੁਭਾਗਾ ਸਮਾਂ ਮਹਾਰਾਜ ਦੀ ਕਿਰਪਾ ਨਾਲ ਪ੍ਰਾਪਤ ਹੋ ਰਿਹਾ ਹੈ। ਸੋ ਆਓ ਅੱਜ ਦੇ ਇਸ ਸਮੇਂ ਨੂੰ ਵੀ ਆਪਾਂ ਸਫਲਾ ਬਣਾਈਏ, ਮਹਾਂਪੁਰਸ਼ਾਂ ਦੇ ਪਵਿੱਤਰ ਜੀਵਨ ਦੀ ਵਿਚਾਰ ਕਰੀਏ। ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਮਹਾਂਪੁਰਖ, ਜਿਨ੍ਹਾਂ ਦੇ ਨਾਲ ਬਹੁਤਾ ਜ਼ਿਆਦਾ ਲੰਮਾ ਸਮਾਂ ਬਹੁਤ ਸਨੇਹ ਵਾਲੇ ਮਹਾਂਪੁਰਖ ਸੰਤ ਬਾਬਾ ਈਸ਼ਰ ਸਿੰਘ ਜੀ ਹਰਖੋਵਾਲ ਵਾਲੇ, ਜਿਨ੍ਹਾਂ ਨੂੰ ਕਿਹਾ ਜਾਂਦਾ, ਉਹਨਾਂ ਮਹਾਂਪੁਰਖਾਂ ਨੇ ਕਾਫੀ ਲੰਮਾ ਸਮਾਂ ਮਹਾਂਪੁਰਖਾਂ ਦੇ ਨਾਲ ਬਿਤਾਇਆ। ਸੋ ਉਹਨਾਂ ਦਾ ਸੰਤ ਬਾਬਾ ਜਵਾਲਾ ਸਿੰਘ ਜੀ ਦੇ ਨਾਲ ਮਿਲਾਪ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਹੋਇਆ ਸੀ। ਅਤੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਮਿਲਾਪ ਹੋਣ ਤੋਂ ਬਾਅਦ ਫਿਰ ਜਦੋਂ ਸੰਤ ਬਾਬਾ ਜਵਾਲਾ ਸਿੰਘ ਜੀ ਬਿਨਾਂ ਦੱਸਿਆਂ ਅਨੰਦਪੁਰ ਸਾਹਿਬ ਤੋਂ ਆ ਗਏ ਤਾਂ ਬਾਬਾ ਈਸ਼ਰ ਸਿੰਘ ਜੀ ਕਹਿਣ ਲੱਗੇ ਸੰਗਤਾਂ ਨੂੰ ਕਿ ਸਾਡਾ ਰੱਬ ਗਵਾਚ ਗਿਆ, ਚਲੋ ਆਪਾਂ ਭਾਲ ਕਰੀਏ। ਫਿਰ ਮਹਾਂਪੁਰਸ਼ਾਂ ਦੇ ਦਰਸ਼ਨ ਲਗੇਰੀ ਆ ਕੇ ਕੀਤੇ। ਇਸ ਤਰ੍ਹਾਂ ਦੇ ਨਾਲ ਫਿਰ ਬਾਬਾ ਈਸ਼ਰ ਸਿੰਘ ਜੀ ਵਾਪਸ ਆਪਣੇ ਪਿੰਡ ਬਤਾਲੇ ਪਹੁੰਚ ਗਏ। ਫਿਰ ਉਸ ਬਤਾਲੇ ਪਿੰਡ ਤੋਂ ਬਾਬਾ ਈਸ਼ਰ ਸਿੰਘ ਜੀ ਨੂੰ ਸੰਤ ਬਾਬਾ ਜਵਾਲਾ ਸਿੰਘ ਜੀ ਆਪ ਜਾ ਕੇ ਲੈ ਕੇ ਆਏ ਅਤੇ ਬੇਨਤੀ ਕੀਤੀ ਵੀ ਸਾਡੇ ਨਾਲ ਰਹੋ, ਤੁਸੀਂ ਬੜੀ ਮਹਾਨ ਕਿਰਪਾਲਤਾ ਹੋਵੇਗੀ ਤੁਹਾਡੀ। ਤੋ ਇਸ ਤਰ੍ਹਾਂ ਨਾਲ ਬਾਬਾ ਈਸ਼ਰ ਸਿੰਘ ਜੀ ਵੀ ਬਹੁਤ ਤਿਆਗ ਵਿਰਾਗ ਦੇ ਵਿੱਚ ਰਹਿਣ ਵਾਲੇ ਸਾਧੂ ਸਨ ਅਤੇ ਉਹ ਬਾਬਾ ਜਵਾਲਾ ਸਿੰਘ ਜੀ ਦੇ ਪਾਸ ਪੱਕੇ ਤੌਰ 'ਤੇ ਡੇਰੇ ਆ ਗਏ। ਸੋ ਇੱਕ ਨਾਲ ਦੇ ਨਗਰ ਮਨਾਈਆਂ ਦੇ ਭਾਈ ਬੰਤਾ ਸਿੰਘ ਜੀ ਸਨ ਅਤੇ ਉਹਨਾਂ ਦੇ ਭਰਾ ਭਾਈ ਕੇਰ ਸਿੰਘ ਜੀ, ਉਹਨਾਂ ਦੇ ਨਾਲ ਜੋ ਕੌਤਕ ਵਰਤਿਆ ਉਸ ਦੇ ਸੰਬੰਧ ਦੇ ਵਿੱਚ ਵਿਚਾਰ ਇਸ ਤਰ੍ਹਾਂ ਹੈ ਕਿ ਭਾਈ ਬੰਤਾ ਸਿੰਘ ਦਿਮਾਗੀ ਤੌਰ 'ਤੇ ਸੰਤੁਲਨ ਆਪਣਾ ਖੋ ਬੈਠਾ ਅਤੇ ਭਾਈ ਕੇਰ ਸਿੰਘ ਉਸ ਦਾ ਭਰਾ ਉਸ ਦੀ ਸਾਂਭ ਸੰਭਾਲ ਕਰਦਾ, ਜੱਫਾ ਮਾਰ ਕੇ ਬੈਠਾ ਰਿਹਾ ਕਰੇ। ਬੰਤਾ ਸਿੰਘ ਜੇ ਉਹਨੂੰ ਨਾ ਕੋਈ ਫੜੇ ਤਾਂ ਬਾਹਰ ਨੂੰ ਭੱਜ ਭੱਜ ਜਾਵੇ। ਤੋ ਮਹਾਂਪੁਰਖਾਂ ਦੇ ਕੋਲ ਬੇਨਤੀ ਕੀਤੀ ਜਾ ਕੇ ਕਿ ਮਹਾਰਾਜ ਕਿਰਪਾ ਕਰੋ, ਇਹਨਾਂ ਦੇ ਉੱਤੇ ਰਾਜੀ ਹੋ ਜਾਣ। ਭਾਈ ਬੰਤਾ ਸਿੰਘ ਦੀ ਦੇਖਭਾਲ ਕਰਦਿਆਂ ਭਾਈ ਕੇਰ ਸਿੰਘ ਦੇ ਨਾਲ ਵੀ ਐਸੀ ਖੇਡ ਵਰਤੀ ਵੀ ਉਹਦੇ ਸਰੀਰ ਨੂੰ ਖੇਚਲ ਬਹੁਤੀ ਰਿਹਾ ਕਰੇ,
ਆਪਣੇ ਭਰਾ ਨੂੰ ਪਕੜ ਕੇ ਰੱਖਿਆ ਕਰੇ, ਸੰਗਲਾਂ ਜਾਂ ਰੱਸਿਆਂ ਦੇ ਨਾਲ ਬੰਨਣ ਦਾ ਉਸ ਦਾ ਮਨ ਨਾ ਕਰਿਆ ਕਰੇ। ਤਾਂ ਇਸ 'ਤੇ ਜ਼ਿਆਦਾ ਖੇਚਲ ਕਰਨ ਦੇ ਨਾਲ ਉਹਦੇ ਦਿਮਾਗ ਦਾ, ਪੁੜਪੁੜੀਆਂ ਦਾ ਬਹੁਤ ਜ਼ੋਰ ਲੱਗਿਆ, ਜਿਸ ਦੇ ਨਾਲ ਉਹਦੇ ਨੇਤਰਾਂ ਦੀ ਜੋਤ ਚਲੀ ਗਈ, ਨੇਤਰਹੀਣ ਹੋ ਗਿਆ। ਤੋ ਹੁਣ ਦੋਏ ਭਰਾ ਇਸ ਤਰ੍ਹਾਂ ਦੇ ਨਾਲ ਹੋ ਗਏ। ਸੋ ਮਹਾਂਪੁਰਖਾਂ ਦੇ ਕੋਲ ਬੇਨਤੀਆਂ ਵਾਰ-ਵਾਰ ਹੋ ਰਹੀਆਂ ਸਨ ਵੀ ਕਿਰਪਾ ਕਰੋ। ਤਾਂ ਸੰਤ ਬਾਬਾ ਜਵਾਲਾ ਸਿੰਘ ਜੀ ਕਹਿੰਦੇ ਕਿ ਬਾਣੀ ਦਾ ਆਸਰਾ ਲਵੋ, ਪੂਰਨ ਮਰਜ਼ਾਦਾ ਅਨੁਸਾਰ ਸ੍ਰੀ ਅਖੰਡ ਪਾਠ ਸਾਹਿਬ ਕਰਵਾਓ, ਗੁਰੂ ਸਾਹਿਬ ਕਿਰਪਾ ਕਰਨਗੇ। ਨਾਲ ਨਾਲ ਇਸ ਸ਼ਬਦ ਦਾ ਜਾਪ ਹੋਵੇ, ਨੇਤਰ ਪ੍ਰਗਾਸ ਕੀਆ ਗੁਰਦੇਵ, ਭਰਮ ਗਏ ਪੂਰਨ ਭਈ ਸੇਵ। ਇਸ ਵਿਧੀ ਦੇ ਨਾਲ ਅਖੰਡ ਪਾਠ ਸਾਹਿਬ ਪ੍ਰਾਰੰਭ ਹੋ ਗਿਆ। ਪਾਠ ਦੇ ਆਰੰਭ ਤੋਂ ਹੀ ਸਰਦਾਰ ਕੇਰ ਸਿੰਘ ਦੀਆਂ ਅੱਖਾਂ ਤੇ ਪੱਟੀ ਬੰਨ੍ਹ ਦਿੱਤੀ। ਜੋ ਮਹਾਂਪੁਰਸ਼ਾਂ ਦਾ ਬਚਨ ਸੀ ਵੀ ਤੀਸਰੇ ਦਿਨ ਹੀ ਖੋਲ੍ਹਣੀ। ਅਜੇ ਇੱਕ ਦਿਨ ਹੀ ਬੀਤਿਆ ਸੀ ਕਿ ਕੇਰ ਸਿੰਘ ਨੂੰ ਮਹਿਸੂਸ ਹੋਣ ਲੱਗ ਪਿਆ, ਧੁੱਪ ਛਾਂ ਪਤਾ ਲੱਗਣ ਲੱਗ ਪਈ ਪੱਟੀ ਬੰਨ੍ਹੀਓ ਤੇ। ਪਰ ਬੰਤਾ ਸਿੰਘ ਉਸੇ ਤਰ੍ਹਾਂ ਬੁਰੀ ਹਾਲਤ ਸੀ ਉਸਦੀ, ਬਹੁਤ ਜ਼ਿਆਦਾ ਅਰਲ ਬਰਲ ਮੂੰਹ ਬੋਲ ਰਿਹਾ ਸੀ। ਸੋ ਇੱਕ ਮਾਤਾ ਗੁਆਂਢ ਦੇ ਵਿੱਚੋਂ ਹੀ ਆਈ ਤੇ ਕੇਰ ਸਿੰਘ ਨੂੰ ਕਹਿਣ ਲੱਗੀ ਵੀ ਅੱਜ ਦੂਸਰਾ ਦਿਨ ਹੋ ਗਿਆ ਤੇ ਘੱਟੋ ਘੱਟ 5 ਇਸ਼ਨਾਨਾਂ ਤਾਂ ਤੁਹਾਨੂੰ ਕਰਨਾ ਚਾਹੀਦਾ, ਪਾਠ ਵਾਲੀ ਜਗ੍ਹਾ ਤੇ ਇਸ ਤਰ੍ਹਾਂ ਤੁਸੀਂ ਕਿੱਦਾਂ ਬੈਠ ਸਕਦੇ ਆ। ਭਾਈ ਕੇਰ ਸਿੰਘ ਨੂੰ ਬਾਂਹ ਪਕੜ ਕੇ ਬਾਹਰ ਨੂੰ ਲੈ ਗਈ, ਅੱਖਾਂ ਤੋਂ ਪੱਟੀ ਖੋਲ ਦਿੱਤੀ, ਮੂੰਹ ਤੋਂ ਆਇਆ। ਤਾਂ ਹੁਣ ਇਹ ਮਹਾਂਪੁਰਖਾਂ ਦੇ ਬਚਨ ਦੀ ਉਲੰਘਣਾ ਸੀ। ਸੋ ਜਦੋਂ ਵਾਪਸ ਪੱਟੀ ਬੰਨ੍ਹ ਕੇ ਉੱਥੇ ਬਿਠਾਲ ਦਿੱਤਾ ਤਾਂ ਭਾਈ ਬੰਤਾ ਸਿੰਘ ਤਾਂ ਭੋਗ ਵਾਲੇ ਦਿਨ ਤੱਕ ਠੀਕ ਹੋ ਗਿਆ, ਪਰ ਭਾਈ ਕੇਰ ਸਿੰਘ ਦੀ ਨਿਗਾਹ ਵਾਪਸ ਨਾ ਆਈ, ਉਹਨੂੰ ਦਿਸਣ ਨਾ ਲੱਗਿਆ। ਤੋ ਮਹਾਂਪੁਰਖਾਂ ਦੇ ਪਾਸ ਜਿਸ ਵੇਲੇ ਬੇਨਤੀ ਕੀਤੀ ਤਾਂ ਸੰਤ ਬਾਬਾ ਜਵਾਲਾ ਸਿੰਘ ਜੀ ਕਹਿਣ ਲੱਗੇ ਵੀ ਕੋਈ ਨਾ ਕੋਈ ਅਵੱਗਿਆ ਹੋਈ ਹੈ, ਗਲਤੀ ਹੋਈ ਹੈ, ਜਿਸ ਕਰਕੇ ਇਹ ਖੇਡ ਵਰਤੀ ਹੈ। ਸਾਰੀ ਗੱਲ ਦਾ ਜਦੋਂ ਖੁਲਾਸਾ ਹੋਇਆ ਤਾਂ ਮਹਾਂਪੁਰਖ ਕਹਿੰਦੇ ਇਹ ਤਾਂ ਹੁਣ ਜੋ ਹੋਣਾ ਸੀ ਹੋ ਗਿਆ, ਪਰ ਹੁਣ ਇਹਨਾਂ ਦੇ ਅੰਦਰਲੇ ਨੇਤਰ ਖੁੱਲ੍ਹ ਜਾਣਗੇ। ਤੋ ਭਾਈ ਕੇਹਰ ਸਿੰਘ ਬਿਨਾਂ ਦੇਖਿਆ ਹੀ ਗੁਰਬਾਣੀ ਦਾ ਬਹੁਤ ਸੁੰਦਰ ਜਾਪ ਕਰ ਲਿਆ ਕਰਦੇ ਸੀ। ਨਿਤਨੇਮ ਤੇ ਸੁਖਮਨੀ ਸਾਹਿਬ ਉਹਨਾਂ ਦੇ ਜ਼ੁਬਾਨੀ ਯਾਦ ਸੀ ਤੇ ਡੇਰੇ ਰੋਜ਼ ਆ ਕੇ ਨਿਤਨੇਮ ਸੁਣਾਇਆ ਕਰਦੇ। ਆਸਾ ਦੀ ਵਾਰ ਦਾ ਕੀਰਤਨ ਵੀ ਕਰਨ ਲੱਗ ਪਏ। ਇਸ ਤਰ੍ਹਾਂ ਨਾਲ ਅੰਦਰਲੇ ਨੇਤਰ ਜ਼ਰੂਰ ਖੁੱਲ੍ਹ ਗਏ। ਸੋ ਇਹ ਮਹਾਂਪੁਰਸ਼ਾਂ ਦੀਆਂ ਬਖਸ਼ਿਸ਼ਾਂ ਹੋਇਆ ਕਰਦੀਆਂ। ਸੋ ਮਹਾਂਪੁਰਖ ਬਾਬਾ ਜਵਾਲਾ ਸਿੰਘ ਜੀ, ਜਿਨ੍ਹਾਂ ਦਾ ਫਿਰ ਉਸ ਡੇਰੇ ਦਾ ਨਾਮਕਰਨ ਉਹਨਾਂ ਨੇ ਕੀਤਾ, ਸੰਤਗੜ੍ਹ ਨਾਮ ਰੱਖਿਆ, ਉਸ ਦੀ ਵਾਰਤਾ ਇਸ ਤਰ੍ਹਾਂ ਹੋਈ। ਅੰਮ੍ਰਿਤ ਵੇਲੇ ਦਾ ਸਮਾਂ ਸੀ, ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਸੀ। ਉਸ ਵੇਲੇ ਬਾਬਾ ਬਿਸ਼ਨ ਸਿੰਘ ਜੀ ਨੰਗਲ ਵਾਲੇ, ਸੰਤ ਪ੍ਰਦੁਮਨ ਸਿੰਘ ਜੀ ਪੱਟੀ ਵਾਲੇ, ਸੰਤ ਦਲੀਪ ਸਿੰਘ ਜੀ ਸੂਨੀ ਵਾਲੇ, ਬਾਬਾ ਗੁੱਜਰ ਸਿੰਘ, ਬਾਬਾ ਸੁੱਚਾ ਸਿੰਘ ਰਾਮਪੁਰ ਰੇਰੂ ਸਾਹਿਬ ਤੋਂ, ਬਾਬਾ ਹਰਨਾਮ ਸਿੰਘ ਜੀ ਬਤਾਲੇ ਵਾਲੇ, ਬਾਬਾ ਈਸ਼ਰ ਸਿੰਘ, ਬਾਬਾ ਜਵਾਲਾ ਸਿੰਘ, ਇਹ ਸੰਤ ਮੰਡਲੀ ਹੰਸਾਂ ਦੀ ਨਿਆਈ ਆਸਾ ਦੀ ਵਾਰ ਦਾ ਰਸ ਪਿੰਨਾ ਕੀਰਤਨ ਸੁਣ ਰਹੀ ਸੀ। ਇਤਫਾਕ ਦੇ ਨਾਲ ਨਿਹੰਗ ਸਿੰਘ ਜਥੇਬੰਦੀਆਂ ਦੇ ਵਿੱਚੋਂ ਬਾਬਾ ਸਾਧੂ ਸਿੰਘ, ਬਾਬੇ ਬਕਾਲੇ ਸਾਹਿਬ ਤੋਂ ਬਾਬਾ ਮੰਗਲ ਸਿੰਘ, ਸ਼ਹੀਦੀ ਬਾਗ ਅਨੰਦਪੁਰ ਸਾਹਿਬ ਬਾਬਾ ਹੀਰਾ ਸਿੰਘ ਤੇ ਹੋਰ ਨਿਹੰਗ ਸਿੰਘ ਫੌਜਾਂ ਵੀ ਆਈਆਂ ਹੋਈਆਂ। ਅੰਮ੍ਰਿਤ ਵੇਲੇ ਦੇ ਦੀਵਾਨ ਦੀ ਅਜੇ ਸਮਾਪਤੀ ਦੀ ਅਰਦਾਸ ਹੋਣੀ ਸੀ ਕਿ ਸੰਤ ਜਵਾਲਾ ਸਿੰਘ ਜੀ ਸੰਗਤ ਦੇ ਵਿੱਚ ਖੜੇ ਹੋ ਗਏ ਤੇ ਮਹਾਰਾਜ ਦੀ ਤਾਬਿਆ ਵਿੱਚ ਗੁਰੂ ਸਰੂਪ ਸੰਤ ਮੰਡਲੀ ਸਨਮੁਖ ਇਹ ਮਤਾ ਪੇਸ਼ ਕੀਤਾ ਕਿ ਇਸ ਪਵਿੱਤਰ ਧਰਤੀ ਦਾ ਨਾਮ ਕੀ ਰੱਖਣਾ ਚਾਹੀਦਾ ਹੈ। ਕਿਸੇ ਨੇ ਕਿਹਾ ਕਿ ਇਸ ਡੇਰੇ ਦਾ ਨਾਮ ਬਾਬਾ ਆਇਆ ਸਿੰਘ ਜੀ ਦੇ ਨਾਮ ਤੇ ਰੱਖੋ, ਪਰ ਸੰਤਾਂ ਨੇ ਵਿਅਕਤੀਗਤ ਤੌਰ ਤੇ ਨਾਮ ਰੱਖਣ ਲਈ ਤਿਆਰ ਨਾ, ਆਪਣੀ ਸਹਿਮਤੀ ਨਾ ਜਤਾਈ ਤੇ ਮਹਾਂਪੁਰਸ਼ਾਂ ਵੱਲੋਂ ਵੱਖੋ ਵੱਖਰੇ ਦੱਸੇ ਹੋਏ ਨਾਮਾਂ ਦੀਆਂ ਚਿੱਠੀਆਂ ਪਾਈਆਂ ਗਈਆਂ। ਅਰਦਾਸ ਕਰਕੇ ਚਿੱਠੀ ਕੱਢੀ ਗਈ
ਤੇ ਫਿਰ ਉਸ ਵੇਲੇ ਜਦੋਂ ਚਿੱਠੀ ਕੱਢੀ ਤੇ ਸੰਤਗੜ੍ਹ ਸ਼ਬਦ ਦੀ ਜਿਹੜੀ ਚਿੱਠੀ ਉਹ ਨਿਕਲੀ, ਤਾਂ ਉਸ ਵੇਲੇ ਸਾਰਿਆਂ ਨੇ ਜੈਕਾਰੇ ਲਾਏ ਤੇ ਡੇਰੇ ਦਾ ਨਾਮ ਡੇਰਾ ਸੰਤਗੜ੍ਹ ਹਰਖੋਵਾਲ ਰੱਖਿਆ ਗਿਆ। ਸੋ ਹੁਣ ਮਹਾਂਪੁਰਸ਼ਾਂ ਵੱਲੋਂ ਵਚਨ ਸੀ ਵੀ ਇੱਥੇ ਡੇਰੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪੱਕੇ ਤੌਰ 'ਤੇ ਪ੍ਰਕਾਸ਼ ਹੋਣਾ ਚਾਹੀਦਾ। ਸਭ ਤੋਂ ਪਹਿਲਾਂ ਮਹਾਰਾਜ ਜੀ ਦੇ ਸਰੂਪ ਪਿੰਡ ਤਨੂਲੀ ਤੋਂ ਲਿਆਂਦੇ ਗਏ, ਪ੍ਰਕਾਸ਼ ਕੀਤੇ ਗਏ। ਥੋੜ੍ਹੇ ਦਿਨਾਂ ਬਾਅਦ ਤਨੂਲੀ ਦੇ ਸਿੰਘ ਇਕੱਠੇ ਹੋ ਕੇ ਆ ਗਏ, ਬੇਨਤੀ ਕੀਤੀ ਵੀ ਅਸੀਂ ਮਹਾਰਾਜ ਜੀ ਦੇ ਸਰੂਪ ਵਾਪਸ ਲੈ ਕੇ ਜਾਣੇ ਹਨ। ਸੋ ਮਹਾਂਪੁਰਖਾਂ ਵੱਲੋਂ ਬੜੀ ਪ੍ਰੇਮ ਅਦਬ ਸਤਿਕਾਰ ਦੇ ਨਾਲ ਸਤਿਗੁਰੂ ਜੀ ਦੇ ਸਰੂਪ ਦੇ ਤਿਆਰੇ ਕਰਕੇ ਮਹਾਰਾਜ ਜੀਆਂ ਦੇ ਸਰੂਪ ਵਿਦਾ ਕੀਤੇ ਗਏ। ਪਰ ਹੁਣ ਸਾਰਿਆਂ ਨੇ ਇਹ ਵਿਚਾਰ ਬਣਾਈ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਤਾਂ ਜ਼ਰੂਰ ਹੀ ਇੱਥੇ ਹੋਣੇ ਚਾਹੀਦੇ ਹਨ। ਸੋ ਉਸ ਵੇਲੇ ਬਾਬਾ ਈਸ਼ਰ ਸਿੰਘ ਜੀ ਜੋ ਬਤਾਲੇ ਨਗਰ ਤੋਂ ਆਏ ਸਨ, ਉਹਨਾਂ ਦੇ ਨਾਲ ਇੱਕ ਸਤਿਕਾਰਯੋਗ ਬੀਬੀ ਭੈਣ ਰਾਧੋ ਜੀ, ਉਹ ਵੀ ਨਾਲ ਹੀ ਆਏ ਸੀ ਬਾਬਾ ਜੀ ਦੀ ਸੇਵਾ ਵਿੱਚ। ਉਹਨਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਦੇ ਸਰੂਪ ਮੇਰੇ ਗਰੀਬਣੀ ਦੇ ਘਰੇ ਮੈਂ ਸੇਵਾ ਕਰਦੀ ਸਾਂ, ਪਰ ਜਦੋਂ ਹੁਣ ਇੱਥੇ ਨੂੰ ਆਈ ਤੇ ਮਹਾਰਾਜ ਦੇ ਸਰੂਪ ਮੈਂ ਸੰਤੋਖ ਕੇ ਸੁਖਾਸਣ ਕਰਕੇ ਰੱਖ ਆਈ ਸੀ ਤੇ ਬੇਨਤੀ ਕੀਤੀ ਸੀ ਵੀ ਮਹਾਰਾਜ ਹੁਣ ਮੈਨੂੰ ਛੁੱਟੀ ਬਖਸ਼ੋ ਤੇ ਆਪ ਜੀ ਕਿਰਪਾ ਰੱਖਿਓ। ਹੁਣ ਆਪ ਜੀ ਮਿਹਰ ਕਰੋ ਵੀ ਉਹ ਸਰੂਪ ਜਿਹੜੇ ਮੇਰੇ ਘਰ ਵਿੱਚ ਸੁਸ਼ੋਭਿਤ ਹਨ ਉਹ ਤੁਸੀਂ ਪੱਕੇ ਤੌਰ 'ਤੇ ਇੱਥੇ ਡੇਰੇ ਲੈ ਆਓ। ਤੋ ਇਸ ਤਰ੍ਹਾਂ ਨਾਲ ਜੋ ਪੱਕੇ ਤੌਰ 'ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹਰਖੋਵਾਲ ਡੇਰੇ ਸੰਤਗੜ੍ਹ ਸੁਸ਼ੋਭਿਤ ਹੋਏ, ਉਹ ਬੀਬੀ ਰਾਧੋ ਦੇ ਘਰੋਂ ਪਿੰਡ ਬਤਾਲੇ, ਬਾਬੇ ਬਕਾਲੇ ਸਾਹਿਬ ਦੇ ਨੇੜੇ ਪਿੰਡ ਜੋ ਹੈ, ਤੇ ਉੱਥੋਂ ਉਹ ਸਰੂਪ ਲੈ ਕੇ ਆਂਦੇ। ਤੋ ਹੁਣ ਸਾਰਿਆਂ ਨੇ ਵਿਚਾਰ ਬਣਾਇਆ ਵੀ ਅਖੰਡ ਪਾਠ ਸਾਹਿਬ ਕੀਤਾ ਜਾਵੇ। ਸੋ ਅਖੰਡ ਪਾਠ ਸਾਹਿਬ ਪੂਰਨ ਮਰਿਆਦਾ ਦੇ ਨਾਲ ਹੋਣਾ ਚਾਹੀਦਾ ਸੀ। ਸੋ ਮਹਾਂਪੁਰਖਾਂ ਨੇ ਸਾਰਿਆਂ ਨੂੰ ਵਿਧੀ ਸਮਝਾਈ ਬਈ ਇਹ ਸਾਰੇ ਜਿੰਨੇ ਵੀ ਪ੍ਰਾਤਨ ਮਰਜ਼ਾਦਾ ਕੁੰਭ, ਨਾਰੀਅਲ, ਧੂਪ, ਦੀਪ, ਅਖੰਡ ਜੋਤ, ਆਰਤੀ, ਇਹ ਸਾਰਾ ਕੁਝ ਪ੍ਰਾਤਨ ਮਰਜ਼ਾਦਾ ਅਨੁਸਾਰ ਹੋਣਾ ਚਾਹੀਦਾ। ਤੋ ਬਸਤਰ ਸਵੱਛ ਪਾ ਕੇ ਮਹਾਰਾਜ ਦੀ ਤਾਬਿਆ ਪਾਠੀ ਸਿੰਘ ਬੈਠੇ ਪਾਠ ਕਰਨ ਲਈ, ਨਾਲ ਜਪਜੀ ਸਾਹਿਬ ਦਾ ਪਾਠ ਵੀ ਅਖੰਡ ਚੱਲੇ, ਮੂਲ ਮੰਤਰ ਦਾ ਜਾਪ ਵੀ ਮਹਾਂਪੁਰਸ਼ ਕਰਾਇਆ ਕਰਦੇ। ਸੋ ਜਿਸ ਵੇਲੇ ਭੋਗ ਪਿਆ, ਆਰਤੀ ਕੀਰਤਨ ਹੋਇਆ, ਸ਼ਬਦ ਪੜ੍ਹੇ ਗਏ, ਫੁੱਲਾਂ ਦੀ ਵਰਖਾ ਹੋਈ, ਅਰਦਾਸਾ ਸੋਧਿਆ, ਤਾਂ ਸੰਗਤ ਦੇ ਵਿੱਚ ਇੱਕ ਆਇਆ ਹੋਇਆ ਸਿੰਘ ਉੱਠ ਕੇ ਖੜਾ ਹੋ ਗਿਆ ਤੇ ਸੰਤਾਂ ਨੂੰ ਕਹਿਣ ਲੱਗਾ ਮੇਰਾ ਇੱਕ ਸ਼ੰਕਾ ਦੂਰ ਕਰੋ। ਮਹਾਂਪੁਰਖ ਕਹਿੰਦੇ ਦੱਸੋ ਜੀ ਗੁਰਮੁਖੋ ਕੀ ਗੱਲ ਹੋਈ? ਕਹਿਣ ਲੱਗਾ ਜੀ ਜਿਹੜੇ ਸਿੰਘ ਸਭਾ ਵਾਲੇ ਤੇ ਅਕਾਲੀ ਪਾਰਟੀ ਵਾਲੇ ਆ, ਇਹ ਕਹਿੰਦੇ ਆ ਵੀ ਜਪਜੀ ਸਾਹਿਬ ਦਾ ਪਾਠ ਅਖੰਡ ਪਾਠ ਸਾਹਿਬ ਦੇ ਨਾਲ ਨਹੀਂ ਰੱਖਣਾ ਚਾਹੀਦਾ। ਇਹ ਕਹਿੰਦੇ ਆ ਜੋਤ ਨਹੀਂ ਰੱਖਣੀ ਚਾਹੀਦੀ, ਕੁੰਭ ਨਹੀਂ ਰੱਖਣਾ ਚਾਹੀਦਾ, ਜਲ ਤੇ ਨਾਰੀਅਲ ਨਹੀਂ ਰੱਖਣਾ ਚਾਹੀਦਾ, ਇਹ ਤਾਂ ਮਨਮਤ ਆ। ਆਪ ਜੀ ਦਾ ਜੋ ਖਿਆਲ ਹੋਵੇ ਇਹ ਪ੍ਰਗਟ ਕਰਕੇ ਸਾਡੀ ਸ਼ੰਕਾ ਦੂਰ ਕਰੋ, ਰੱਖਣਾ ਚਾਹੀਦਾ ਜਾਂ ਨਹੀਂ ਰੱਖਣਾ ਚਾਹੀਦਾ। ਅੱਜ ਦੇ ਸਮੇਂ ਵਿੱਚ ਵੀ ਇਹ ਬਹੁਤ ਵਿਵਾਦ ਬਣ ਜਾਂਦਾ ਕਈ ਵਾਰ। ਜਿਹੜੇ ਭਾਵਨਾ ਵਾਲੇ ਪ੍ਰਾਤਨ ਮਰਜ਼ਾਦਾ ਨੂੰ ਮੰਨਣ ਵਾਲੇ ਗੁਰਸਿੱਖਿਆ ਗੁਰਸਿੱਖ ਸੰਗਤਾਂ ਉਸ ਪ੍ਰਾਤਨ ਮਰਜ਼ਾਦਾ ਅਨੁਸਾਰ, ਸਾਧੂ ਸੰਪਰਦਾਵਾਂ ਸਾਰੇ ਪ੍ਰਾਤਨ ਮਰਜ਼ਾਦਾ ਅਨੁਸਾਰ ਅਖੰਡ ਪਾਠ ਸਾਹਿਬ ਕਰਦੇ, ਪਰ ਜੋ ਅੱਜ ਕੱਲ੍ਹ ਦੇ ਸਮੇਂ ਦੇ ਨਾ ਜਪਜੀ ਸਾਹਿਬ ਨਾਲ ਰੱਖਦੇ, ਹੋਰ ਵੀ ਮਰਜ਼ਾਦਾ ਦੇ ਵਿੱਚ ਢਿੱਲ ਵਰਤਦੇ। ਤੋ ਹੁਣ ਉਸ ਵੇਲੇ ਵੀ ਇਸ ਗੱਲ ਦਾ ਸਵਾਲ ਉੱਠਿਆ। ਸੰਤ ਬਾਬਾ ਜਵਾਲਾ ਸਿੰਘ ਜੀ ਜਿਨ੍ਹਾਂ ਦੇ ਕੋਲ ਉਸ ਵੇਲੇ ਜਥੇਦਾਰ ਬਾਬਾ ਮੰਗਲ ਸਿੰਘ ਜੀ ਸ਼ਹੀਦੀ ਬਾਗ ਅਨੰਦਪੁਰ ਸਾਹਿਬ ਵਾਲੇ ਬੈਠੇ ਸੀ, ਤੋ ਮਹਾਂਪੁਰਸ਼ਾਂ ਨੇ ਉਹਨਾਂ ਨੂੰ ਕਿਹਾ ਬਾਬਾ ਜੀ ਇਸ ਪਰਮਾਰਥੀ ਕਾਰਜ ਦੇ ਵਿੱਚ ਅਖੰਡ ਪਾਠ ਸਾਹਿਬ ਦੀ ਜੋ ਮਰਜ਼ਾਦਾ ਹੋਣੀ ਚਾਹੀਦੀ ਆ, ਇਸ ਬਾਰੇ ਤੁਸੀਂ ਸਮਝਾਓ, ਇਹ ਕੀ ਹੋਣਾ ਚਾਹੀਦਾ। ਤੋ ਮਹਾਂਪੁਰਖ ਬਾਬਾ ਮੰਗਲ ਸਿੰਘ ਜੀ ਸ਼ਹੀਦੀ ਬਾਗ ਅਨੰਦਪੁਰ ਸਾਹਿਬ ਵਾਲੇ ਕਹਿਣ ਲੱਗੇ, ਕਹਿੰਦੇ ਗੁਰੂ ਕਿਆ ਸਿੱਖਾ, ਜਪਜੀ ਸਾਹਿਬ ਦੀ ਜਿਹੜੀ ਬਾਣੀ ਹੈ ਇਹ ਮੰਤਰਾਂ ਵਿੱਚੋਂ ਮਹਾ ਮੰਤਰ ਹੈ।
ਮਹਾਪਵਿੱਤਰ ਸਾਰੇ ਵਿਘਨਾਂ ਦਾ ਨਾਸ਼ ਕਰਨ ਵਾਲੀ ਬਾਣੀ ਹੈ। ਔਰ ਅਖੰਡ ਪਾਠ ਸਾਹਿਬ ਪਰਮਾਰਥੀ ਕਾਰਜਾਂ ਵਾਸਤੇ ਜਦੋਂ ਕਰੀਦਾ, ਨਿਰਵਿਘਨ ਸਮਾਪਤੀ ਹੋਵੇ ਤਾਂ ਜਪਜੀ ਸਾਹਿਬ ਦਾ ਮਹਾ ਮੰਤਰ ਨਾਲ ਚੱਲਣਾ ਚਾਹੀਦਾ, ਤਾਂ ਕਿ ਅਖੰਡ ਪਾਠ ਸਾਹਿਬ ਖੰਡਿਤ ਨਾ ਹੋਵੇ। ਸਾਰੇ ਤਤ ਬੇਤਾ ਮਹਾਪੁਰਸ਼ ਪੁਰਾਤਨ ਸਮੇਂ ਤੋਂ ਕਰਦੇ ਆ ਰਹੇ ਹਨ। ਆਰਤੀ ਦੁਆਰਾ ਸਤਿਗੁਰਾਂ ਦੀ ਪੂਜਾ ਹੋਣੀ ਜ਼ਰੂਰੀ ਹੈ। ਸਾਰੀਆਂ ਪੁਰਾਤਨ ਸੰਪਰਦਾਵਾਂ ਕਰਦੀਆਂ ਆ ਰਹੀਆਂ ਹਨ। ਨਿਹੰਗ ਸਿੰਘਾਂ ਦੇ ਜਿੰਨੇ ਦਲ ਹਨ, ਬੁੱਢਾ ਦਲ, ਤਰਨਾ ਦਲ, ਆਰਤੀ ਕਰਦੇ ਆ ਰਹੇ ਹਨ। ਹਰਿਮੰਦਰ ਸਾਹਿਬ ਦੇ ਵਿੱਚ ਆਰਤੀ ਪੜ੍ਹੀ ਜਾਂਦੀ ਹੈ। ਪਹਿਲਾਂ ਦੀਵੇ ਪ੍ਰਕਾਸ਼ ਕਰਕੇ ਆਰਤੀ ਪੜ੍ਹੀ ਜਾਂਦੀ ਸੀ, ਪਰ ਜਦੋਂ ਤੋਂ ਕਮੇਟੀ ਬਣ ਗਈ ਹੌਲੀ ਹੌਲੀ ਦੀਵੇ ਜਗਾਉਣੇ ਬੰਦ ਕਰ ਦਿੱਤੇ, ਪਰ ਆਰਤੀ ਦੇ ਸ਼ਬਦ ਹੁਣ ਵੀ ਪੜ੍ਹੇ ਜਾਂਦੇ ਆ। ਤੋ ਉਸ ਤੋਂ ਬਾਅਦ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਆਰਤੀ ਦੀਵੇ ਜਗਾ ਕੇ ਕੀਤੀ ਜਾਂਦੀ ਹੈ। ਪਟਨਾ ਸਾਹਿਬ ਤਖਤ ਦੇ ਉੱਤੇ ਆਰਤੀ ਦੀਵੇ ਬਾਲ ਕੇ ਫੁੱਲਾਂ ਦੀ ਵਰਖਾ ਕਰਕੇ ਕੀਤੀ ਜਾਂਦੀ ਹੈ। ਕੇਸਗੜ੍ਹ ਸਾਹਿਬ ਵੀ ਆਰਤੀ ਦੀਵੇ ਜਗਾ ਕੇ ਕੀਤੀ ਜਾਂਦੀ ਸੀ, ਪਰ ਜਦੋਂ ਤੋਂ ਕਮੇਟੀ ਬਣੀ ਉਹਨਾਂ ਨੇ ਇਹ ਬੰਦ ਕਰ ਦਿੱਤੀ ਮਰਜ਼ਾਦਾ। ਤੋ ਗੁਰੂ ਸਾਹਿਬਾਨ ਦੇ ਜੇਕਰ ਆਪਾਂ ਜੀਵਨ ਪੜ੍ਹਦੇ ਹਾਂ, ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਸ਼ਿਵਨਾਭ ਰਾਜੇ ਦੇ ਪਾਸ ਸੰਗਲਾਦੀਪ ਦੇ ਵਿੱਚ ਗਏ ਤਾਂ ਸੰਗਲਾਦੀਪ ਦੇ ਰਾਜੇ ਸ਼ਿਵਨਾਭ ਨੇ ਤੇ ਰਾਣੀ ਨੇ ਮਿਲ ਕੇ ਗੁਰੂ ਨਾਨਕ ਸਾਹਿਬ ਦੀ ਆਰਤੀ ਕੀਤੀ ਸੀ। ਲਾਹੌਰ ਦੇ ਵਿੱਚ ਕੋੜੀਏ ਸਿੱਖ ਨੇ ਕਰੋੜੀਏ ਸਿੱਖ ਨੇ ਮਹਾਰਾਜ ਦੀ ਆਰਤੀ ਕੀਤੀ ਸੀ। ਹੋਰ ਵੀ ਬਹੁਤ ਜਗ੍ਹਾ ਮਹਾਰਾਜ ਦੀ ਆਰਤੀ ਹੋਈ। ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਜਿਸ ਵੇਲੇ ਭਾਈ ਕੀ ਡਰੋਲੀ ਬੈਠੇ ਸੀ, ਉਸ ਵੇਲੇ ਬੀਬੀ ਰਾਮੋ ਤੇ ਮਹਾਰਾਜ ਦੇ ਸਾਂਢੂ ਭਾਈ ਸਾਈਂ ਦਾਸ ਨੇ ਮਹਾਰਾਜ ਦੀ ਆਰਤੀ ਕੀਤੀ। ਨੌਵੇਂ ਪਾਤਸ਼ਾਹ ਜਿਸ ਵੇਲੇ ਢਾਕ ਕੇ ਬੰਗਾਲ ਗਏ ਹੈ ਤਾਂ ਬਲਾਕੀ ਦਾਸ, ਉਸ ਦੀ ਮਾਤਾ, ਦੋਵਾਂ ਨੇ ਮਹਾਰਾਜ ਦੀ ਆਰਤੀ ਕੀਤੀ। 10ਵੇਂ ਗੁਰੂ ਪਾਤਸ਼ਾਹ ਮਹਾਰਾਜ ਦੀ ਆਰਤੀ ਰਾਣੀ ਮੈਣੀ ਨੇ ਤੇ ਉਸ ਦੇ ਰਾਜੇ ਨੇ ਕੀਤੀ। ਇਹ ਜੇਕਰ ਸਬੂਤ ਦੇਖਣਾ ਹੋਵੇ ਤਾਂ ਭਾਈ ਵੀਰ ਸਿੰਘ ਦੀ ਲਿਖਤ ਕਲਗੀਧਰ ਚਮਤਕਾਰ ਦੇ ਵਿੱਚ ਦੇਖਿਆ ਜਾ ਸਕਦਾ। ਤੋ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਥਾਵਾਂ ਤੇ ਆਰਤੀ ਕੀਤੀ ਦਾ ਜ਼ਿਕਰ ਆਉਂਦਾ। ਗੁਰੂ ਨਾਨਕ ਪ੍ਰਕਾਸ਼, ਸੂਰਜ ਪ੍ਰਕਾਸ਼, ਨਾਨਕ ਚਮਤਕਾਰ, ਅਸ਼ਟਗੁਰੂ ਚਮਤਕਾਰ, ਕਲਗੀਧਰ ਚਮਤਕਾਰ, ਹੋਰ ਵੀ ਗੁਰਮਤਿ ਦੇ ਜਿੰਨੇ ਗ੍ਰੰਥ ਆ ਉਹਨਾਂ ਦੇ ਵਿੱਚ ਪੜ੍ਹਿਆ ਜਾ ਸਕਦਾ। ਤੇ ਗਊ ਦੇ ਘਿਓ ਦੀ ਜਿਹੜੀ ਅਖੰਡ ਜੋਤ ਆ, ਇਹ ਪਵਿੱਤਰਤਾ ਵਾਸਤੇ ਹੋਣੀ ਜ਼ਰੂਰੀ ਆ। ਜਿਸ ਵੇਲੇ ਦੇਸੀ ਘਿਓ ਜਗਦਾ, ਦੇਸੀ ਘਿਓ ਸੜਦਾ ਹੈ, ਉਸ ਦੇ ਨਾਲ ਵਾਤਾਵਰਨ ਜਿਹੜਾ ਸ਼ੁੱਧ ਹੁੰਦਾ, ਹਵਾ ਸ਼ੁੱਧ ਹੋ ਜਾਂਦੀ ਹੈ। ਮਾੜੀਆਂ ਜਿਹੜੀਆਂ ਗੈਸਾਂ ਹਨ, ਉਹ ਜਿਹੜਾ ਘਿਓ ਹੈ ਉਹ ਆਪਣੇ ਵਿੱਚ ਨੂੰ ਸੋਖ ਲੈਂਦਾ ਹੈ, ਹਵਾ ਸ਼ੁੱਧ ਹੋ ਜਾਂਦੀ, ਪਵਿੱਤਰ ਹੋ ਜਾਂਦੀ ਹੈ। ਹਰਿਮੰਦਰ ਸਾਹਿਬ ਦੇ ਵਿੱਚ ਜੋਤ ਜਗਦੀ ਹੈ। ਹੋਰ ਵੀ ਪਵਿੱਤਰ ਸਥਾਨਾਂ ਤੇ ਜੋਤ ਪ੍ਰਕਾਸ਼ ਕੀਤੀ ਜਾਂਦੀ ਹੈ। ਕੁੰਭ ਜਿਹੜਾ ਹੈ ਸਤਿਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਪਵਿੱਤਰ ਜਲ, ਇਹ ਸ਼ੁੱਧਤਾ ਦੀ ਨਿਸ਼ਾਨੀ ਹੈ। ਜਿਸ ਵੇਲੇ ਬਾਣੀ ਪੜ੍ਹੀ ਜਾਂਦੀ ਹੈ ਤੇ ਉਸ ਵੇਲੇ ਇਸ ਬਾਣੀ ਦਾ ਅਸਰ ਉਸ ਜਲ ਦੇ ਉੱਤੇ ਹੁੰਦਾ ਹੈ। ਜਿਸ ਤਰ੍ਹਾਂ ਪੰਜ ਪਿਆਰੇ ਸਹਿਬਾਨ ਅੰਮ੍ਰਿਤ ਦਾ ਬਾਟਾ ਤਿਆਰ ਕਰਦੇ ਹਨ, ਸੋ ਬਾਣੀ ਦਾ ਅਸਰ ਹੁੰਦਾ ਤਾਂ ਹੀ ਉਹ ਜਲ ਅੰਮ੍ਰਿਤ ਬਣਦਾ ਨਾ। ਸੋ ਇਸ ਤਰ੍ਹਾਂ ਅਖੰਡ ਪਾਠ ਸਾਹਿਬ ਵੇਲੇ ਵੀ ਬਾਣੀ ਦਾ ਜਿਹੜਾ ਜਲ ਹੈ ਉਹ ਅੰਮ੍ਰਿਤ ਰੂਪ ਬਣ ਜਾਂਦਾ ਹੈ। ਸੋ ਇਸ ਤਰ੍ਹਾਂ ਨਾਰੀਅਲ ਇੱਕ ਪਵਿੱਤਰ ਫਲ ਮੰਨਿਆ ਜਾਂਦਾ ਹੈ ਤੇ ਇਸ ਕਰਕੇ ਇਹ ਫਲ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਰੱਖਿਆ ਜਾਂਦਾ ਹੈ। ਇਸ ਫਲ ਨੂੰ 10 ਪਾਤਸ਼ਾਹੀਆਂ ਨੇ ਸਮੇਂ-ਸਮੇਂ ਤੇ ਗੁਰਤਾ ਗੱਦੀ ਦੇਣ ਵੇਲੇ ਵਰਤਿਆ। 5 ਪੈਸੇ ਨਾਰੀਅਲ ਰੱਖ ਕੇ ਮੱਥਾ ਟੇਕਿਆ ਜਾਂਦਾ ਸੀ। ਤੋ ਜੇ ਕੋਈ ਅਸ਼ਰਦਕ ਇਹਨਾਂ ਗੱਲਾਂ ਤੋਂ ਅਨਕਾਰੀ ਹੋਵੇ ਤਾਂ ਇਹ ਉਹਦੀ ਮਰਜ਼ੀ ਹੈ, ਪਰ ਇਹ ਮਰਜ਼ਾਦਾ ਜੋ ਹੈ ਉਹ ਪੁਰਾਤਨ ਸਮੇਂ ਤੋਂ ਚੱਲੀ ਆ ਰਹੀ ਹੈ। ਸੋ ਗੁਰੂ ਸਾਹਿਬ ਜੀਆਂ ਨੇ ਇਸ ਮਰਜ਼ਾਦਾ ਦੇ ਉੱਤੇ ਸੰਗਤਾਂ ਨੂੰ ਵੀ ਚੱਲਣ ਦਾ ਬਚਨ ਕੀਤਾ। ਸੋ ਇਸ ਤਰ੍ਹਾਂ ਨਾਲ ਮਹਾਂਪੁਰਸ਼ਾਂ ਦੇ ਅਨੇਕਾਂ ਕੌਤਕ ਹੋਰ ਵੀ ਅੱਗੇ ਬਹੁਤ ਵਿਚਾਰਨਯੋਗ ਹਨ। ਸੰਤ ਜੀ ਮਹਾਰਾਜ ਬਾਬਾ ਜਵਾਲਾ ਸਿੰਘ ਜੀ, ਜਿਨ੍ਹਾਂ ਦੇ ਪਾਸ ਇੱਕ ਕੋਈ ਹੋਰ ਸਾਧੂ ਆ ਕੇ ਟਿਕਿਆ ਹੋਇਆ ਸੀ, ਤੇ ਇੱਕ ਦਿਨ ਐਸਾ ਹੋਇਆ, ਭਾਈ ਕੇਹਰ ਸਿੰਘ ਮਣਾਈਆਂ ਵਾਲਾ ਤੇ ਉਸ ਦੀ ਪਤਨੀ ਸਵੇਰ ਦਾ ਸਮਾਂ ਹੈ, ਦਰਸ਼ਨ ਮੇਲੇ ਕਰਨ ਵਾਸਤੇ ਹਰਖਵਾਲ ਡੇਰੇ ਆਏ
ਤੇ ਉਸ ਵੇਲੇ ਸੰਤ ਜਵਾਲਾ ਸਿੰਘ ਜੀ ਨਿੰਮ ਦੇ ਦਰਖਤ ਹੇਠਾਂ ਉਸ ਸੰਤ ਦੇ ਨਾਲ ਬੈਠੇ ਸੀ। ਆਸਾ ਦੀ ਵਾਰ ਦੀ ਸਮਾਪਤੀ ਹੋਈ ਸੀ ਤੇ ਉਸ ਵੇਲੇ ਉਹ ਸੰਤ ਮਹਾਂਪੁਰਸ਼ਾਂ ਨੂੰ ਕਹਿਣ ਲੱਗਾ, ਸੰਤ ਜਵਾਲਾ ਸਿੰਘ ਜੀ ਨੂੰ ਕਹਿੰਦਾ ਵੀ ਮੇਰੇ ਵਿੱਚ ਇੱਕ ਬੜਾ ਖਾਸ ਗੁਣ ਹੈ ਕਿ ਮੈਂ ਬੀਬੀ ਦੇ ਮੱਥੇ ਵੱਲ ਦੇਖ ਕੇ ਦੱਸ ਸਕਦਾ ਹਾਂ ਵੀ ਇਹਦੇ ਲੜਕਾ ਪੈਦਾ ਹੋਏਗਾ ਜਾਂ ਇਸ ਦੇ ਲੜਕੀ ਹੋਵੇਗੀ। ਮਹਾਂਪੁਰਖ ਮੁਸਕਰਾ ਕੇ ਕਹਿੰਦੇ, ਇਹ ਤਾਂ ਪਰਮੇਸ਼ਰ ਦੀ ਰਜ਼ਾ ਹੈ ਸੰਤ ਜੀ, ਇਹਦੇ ਵਿੱਚ ਦਖਲ ਨਹੀਂ ਦੇਣਾ ਚਾਹੀਦਾ ਤੇ ਆਪਣੀ ਮਰਜ਼ੀ ਨਹੀਂ ਆਪਾਂ ਨੂੰ ਕਰਨੀ ਚਾਹੀਦੀ ਤੇ ਨਾ ਹੀ ਆਪਾਂ ਨੂੰ ਇਹ ਜਣਾਉਣਾ ਚਾਹੀਦਾ ਵੀ ਮੈਨੂੰ ਪਤਾ ਲੱਗ ਜਾਂਦਾ ਜਾਂ ਮੈਂ ਦੱਸ ਸਕਦਾ ਹਾਂ, ਗੁਪਤ ਰਹਿਣਾ ਚੰਗਾ ਹੁੰਦਾ। ਪਰ ਉਹ ਸੰਤ ਸੀ ਜਿਹੜਾ ਉਹ ਚਾਹੁੰਦਾ ਸੀ ਵੀ ਮੈਂ ਆਪਣਾ ਆਪ ਜਣਾਵਾਂ, ਮੈਂ ਆਪਣਾ ਆਪ ਜੋ ਹੈ ਦੱਸਾਂ ਵੀ ਮੇਰੇ ਵਿੱਚ ਇਹ ਗੁਣ ਹੈ। ਤਾਂ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਹਿੰਦੇ, ਚੰਗਾ ਜੀ ਤੁਹਾਡੀ ਮਰਜ਼ੀ। ਉਸ ਵੇਲੇ ਭਾਈ ਕੇਰ ਸਿੰਘ ਤੇ ਉਸ ਦੀ ਪਤਨੀ ਨੇ ਆ ਕੇ ਮਹਾਂਪੁਰਸ਼ਾਂ ਨੂੰ ਨਮਸਕਾਰ ਕੀਤੀ, ਮੱਥਾ ਟੇਕਿਆ ਤੇ ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਉਸ ਸੰਤ ਨੂੰ ਕਹਿਣ ਲੱਗੇ, ਕਹਿੰਦੇ ਸੰਤ ਜੀ ਆਹ ਬੀਬੀ ਵੱਲ ਵੇਖ ਕੇ ਦੱਸੋ ਵੀ ਇਸ ਦੇ ਪੁੱਤਰੀ ਹੋਵੇਗੀ ਕਿ ਪੁੱਤਰ ਹੋਵੇਗਾ। ਤਾਂ ਉਸ ਵੇਲੇ ਉਸ ਸੰਤ ਨੇ ਧਿਆਨ ਦੇ ਨਾਲ ਦੇਖ ਕੇ ਤੇ ਸੰਤਾਂ ਨੂੰ ਕਹਿਣ ਲੱਗਾ, ਕਹਿੰਦਾ ਮੈਂ ਬਿਲਕੁਲ ਠੀਕ ਦੱਸ ਸਕਦਾ, ਮੈਨੂੰ ਅੰਤਰਜਾਮਤਾ ਹੈ ਤੇ ਮੇਰੀ ਕਹੀ ਹੋਈ ਗੱਲ ਬਿਰਥੀ ਨਹੀਂ ਜਾ ਸਕਦੀ। ਮਹਾਂਪੁਰਖ ਕਹਿੰਦੇ ਠੀਕ ਹੈ ਜੀ ਦੱਸੋ। ਉਹ ਕਹਿਣ ਲੱਗਾ, ਇਸ ਬੀਬੀ ਦੇ ਘਰ ਪੁੱਤਰੀ ਦਾ ਜਨਮ ਹੋਵੇਗਾ, ਇਸ ਘਰ ਲੜਕੀ ਦਾ ਜਨਮ ਹੋਵੇਗਾ। ਤਾਂ ਮਹਾਂਪੁਰਸ਼ ਬਾਬਾ ਜਵਾਲਾ ਸਿੰਘ ਜੀ ਕਹਿਣ ਲੱਗੇ, ਕਹਿੰਦੇ ਸੰਤ ਜੀ ਇੱਕ ਵਾਰੀ ਫੇਰ ਧਿਆਨ ਦੇ ਨਾਲ ਦੇਖ ਲਓ, ਕਿਤੇ ਫੇਰ ਨਾ ਕਹੋ ਵੀ ਭੁਲੇਖਾ ਲੱਗ ਗਿਆ। ਉਹ ਕਹਿੰਦਾ ਨਾ ਜੀ, ਮੇਰੀ ਵਿਦਿਆ ਦਾ ਮੈਨੂੰ ਪਤਾ ਹੈ ਤੇ ਕਦੇ ਵੀ ਇਦਾਂ ਨਹੀਂ ਹੋ ਸਕਦੀ ਵੀ ਜੋ ਮੈਂ ਕਿਹਾ ਉਹ ਝੂਠ ਹੋ ਜਾਵੇ। ਤੇ ਸੰਤ ਜੀ ਹੱਸ ਕੇ ਕਹਿੰਦੇ ਵੀ ਉਹ ਜਿਹੜੇ ਸਾਹਮਣੇ ਸੰਤ ਬੈਠੇ ਬਾਬਾ ਈਸ਼ਰ ਸਿੰਘ ਜੀ, ਉਹਨਾਂ ਦਾ ਵਚਨ ਹੈ ਵੀ ਇਹਨਾਂ ਦੇ ਘਰ ਪੁੱਤਰ ਹੋਵੇਗਾ। ਉਹਨਾਂ ਨੇ ਕਿਹਾ ਹੋਇਆ ਇਹਨਾਂ ਨੂੰ ਵੀ ਤੁਹਾਡੇ ਘਰ ਪੁੱਤਰ ਹੋਵੇਗਾ। ਤੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਹਿੰਦੇ, ਹੁਣ ਉਹਨਾਂ ਦਾ ਵਚਨ ਸੱਤ ਹੋਵੇਗਾ ਜਾਂ ਤੁਹਾਡੀ ਅੰਤਰਜਾਮਤਾ ਸਿੱਧ ਹੋਵੇਗੀ, ਇਹ ਤਾਂ ਹੁਣ ਪਰਮੇਸ਼ਰ ਜਾਣੇ। ਉਹ ਸੰਤ ਕਹਿਣ ਲੱਗਾ, ਇਹ ਕਦੇ ਵੀ ਨਹੀਂ ਹੋ ਸਕਦਾ, ਮੈਨੂੰ ਆਪਣੇ ਗੁਣ ਦੇ ਉੱਤੇ ਮਾਣ ਹੈ ਤੇ ਇਸ ਦੇ ਘਰ ਲੜਕੀ ਹੀ ਹੋਵੇਗੀ। ਚਲੋ ਸਮਾਂ ਬੀਤਿਆ, ਜਦੋਂ ਉਸ ਦੇ ਘਰ ਭਾਈ ਕੇਰ ਸਿੰਘ ਦੇ ਘਰ ਔਲਾਦ ਹੋਈ ਤੇ ਪੁੱਤਰ ਦਾ ਜਨਮ ਹੋਇਆ। ਦੋਵੇਂ ਸਮੇਂ ਅਨੁਸਾਰ ਜਿਸ ਵੇਲੇ ਡੇਰੇ ਨਾਮ ਰਖਾਉਣ ਵਾਸਤੇ ਕਾਕੇ ਨੂੰ ਬੱਚੇ ਨੂੰ ਲੈ ਕੇ ਆਏ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਨਮਸਕਾਰ ਕੀਤੀ। ਨੇਤ ਨਿਰੰਕਾਰ ਦੀ ਐਸੀ ਸੀ ਬਈ ਉਹ ਭਵਿੱਖਬਾਣੀ ਕਰਨ ਵਾਲਾ ਅੰਤਰਜਾਮਤਾ ਵਾਲਾ ਸੰਤ ਵੀ ਉੱਥੇ ਆਇਆ ਹੋਇਆ ਸੀ। ਤਾਂ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਉਸ ਵੇਲੇ ਉਸ ਸੰਤ ਨੂੰ ਕਹਿਣ ਲੱਗੇ ਬਈ ਦੇਖੋ ਪਰਮੇਸ਼ਰ ਦੀ ਖੇਡ, ਹੁੰਦਾ ਉਹੀ ਹੈ ਜੋ ਵਾਹਿਗੁਰੂ ਕਰਦਾ ਹੈ। ਸਾਡੇ ਆਪਣੇ ਖਿਆਲ ਜਾਂ ਸਾਡੀਆਂ ਆਪਣੀਆਂ ਦਾਅਵੇਦਾਰੀਆਂ ਇੱਥੇ ਚੱਲ ਨਹੀਂ ਸਕਦੀਆਂ। ਤੋ ਇਸ ਪ੍ਰਕਾਰ ਬਾਬਾ ਈਸ਼ਰ ਸਿੰਘ ਜੀ ਇਤਨੇ ਬੰਦਗੀ ਵਾਲੇ ਸਾਧੂ ਸਨ ਕਿ ਉਹਨਾਂ ਦਾ ਕਿਹਾ ਹੋਇਆ ਬਚਨ ਕਦੇ ਟਲਦਾ ਨਹੀਂ ਸੀ। ਹੁਣ ਇਸ ਭਾਈ ਕੇਰ ਸਿੰਘ ਨੂੰ ਅਗਲਾ ਬਚਨ ਬਾਬਾ ਈਸ਼ਰ ਸਿੰਘ ਜੀ ਨੇ ਕਰ ਦਿੱਤਾ ਬਈ ਹੁਣ ਤੇਰੇ ਘਰ ਲੜਕੀ ਹੋਵੇਗੀ ਸਮਾਂ ਅਨੁਸਾਰ। ਤੋ ਸਾਧ ਸੰਗਤ ਇਸ ਪਰਿਵਾਰ ਦੇ ਅੱਗੇ ਫਿਰ ਲੜਕੀ ਦਾ ਜਨਮ ਹੋਇਆ। ਤਾਂ ਉਸ ਬੱਚੀ ਦੇ ਜਨਮ ਤੋਂ ਪਹਿਲਾਂ ਹੀ 1-2 ਮਹੀਨੇ ਪਹਿਲਾਂ ਹੀ ਬਾਬਾ ਈਸ਼ਰ ਸਿੰਘ ਜੀ ਡੇਰੇ ਜਿਹੜਾ ਵੀ ਮਣਾਈਆਂ ਦਾ ਬੰਦਾ ਆਇਆ ਕਰੇ, ਉਸ ਪਿੰਡੋਂ ਆਏ ਹੋਏ ਬੰਦੇ ਨੂੰ ਪੁੱਛਿਆ ਕਰਨ, ਭਾਈ ਕੇਰ ਸਿੰਘ ਦੇ ਘਰ ਲੜਕੀ ਹੋ ਗਈ। ਮਸਤਾਨੀ ਅਵਸਥਾ ਆਪਣੀ ਮੌਜ ਦੇ ਵਿੱਚ ਬਾਬਾ ਈਸ਼ਰ ਸਿੰਘ ਜੀ ਪੁੱਛਿਆ ਕਰਨ, ਕੇਰ ਸਿੰਘ ਦੇ ਘਰ ਲੜਕੀ ਹੋ ਗਈ? ਤਾਂ ਉਹ ਅੱਗੇ ਕਿਹਾ ਕਰਨ ਵੀ ਸਾਨੂੰ ਮਹਾਰਾਜ ਪਤਾ ਨਹੀਂ ਇਸ ਗੱਲ ਦਾ। ਤਾਂ ਫਿਰ ਉਸ ਘਰ ਲੜਕੀ ਦਾ ਜਨਮ ਹੋਇਆ। ਅਜੇ ਬੱਚੀ ਥੋੜੇ ਦਿਨਾਂ ਦੀ ਹੋਈ ਸੀ ਤੇ ਜਿਹੜਾ ਵੀ ਉਸ ਪਿੰਡੋਂ ਆਇਆ ਕਰੇ ਬਾਬਾ ਈਸ਼ਰ ਸਿੰਘ ਜੀ ਪੁੱਛਿਆ ਕਰਨ, ਕੇਰ ਸਿੰਘ ਦੀ ਲੜਕੀ ਅਜੇ ਮਰੀ ਨਹੀਂ। ਤੋ ਇਹ ਮਹਾਂਪੁਰਖਾਂ ਦੀਆਂ ਖੇਡਾਂ ਜਾਂ ਉਹਨਾਂ ਦੀਆਂ ਰਮਜਾਂ ਜਿਹੜੀਆਂ ਨੇ
ਉਹ ਉਹੀ ਜਾਣਦੇ ਨੇ। ਤੋ ਮਹਾਂਪੁਰਖ ਕਿਹਾ ਕਰਨ ਕੇਰ ਸਿੰਘ ਦੀ ਲੜਕੀ ਅਜੇ ਮਰੀ ਨਹੀਂ, 2-3 ਦਿਨਾਂ ਦੇ ਬਾਅਦ ਉਹ ਲੜਕੀ ਦੀ ਮੌਤ ਹੋ ਗਈ। ਸੋ ਇਹ ਮਹਾਂਪੁਰਖਾਂ ਦੀ ਖੇਡ ਮਹਾਂਪੁਰਖ ਹੀ ਜਾਣਿਆ ਕਰਦੇ ਹਨ। ਕਮਾਈ ਨੂੰ ਨਮਸਕਾਰ ਹੈ। ਸੋ ਇਸ ਤਰ੍ਹਾਂ ਦੇ ਨਾਲ ਬਾਬਾ ਈਸ਼ਰ ਸਿੰਘ ਜੀ ਦੇ ਜੀਵਨ ਦੀਆਂ ਕੁਝ ਕੁ ਘਟਨਾਵਾਂ ਮਹਾਂਪੁਰਖਾਂ ਨੇ ਇੱਥੇ ਦਰਜ ਕੀਤੀਆਂ ਨੇ। ਵੀ ਸਰਦਾਰ ਹੁਕਮ ਸਿੰਘ ਜੀ ਮਣਾਈਆਂ ਦੇ ਰਹਿਣ ਵਾਲੇ, ਉਹਨਾਂ ਦੇ ਘਰ ਪੁੱਤਰ ਹੋਇਆ। ਗੁਰਮਤਿ ਅਨੁਸਾਰ ਕੜਾਹ ਪ੍ਰਸ਼ਾਦ ਬਣਾ ਕੇ ਗੁਰੂ ਜੀ ਦੀ ਹਜ਼ੂਰੀ ਵਿੱਚ ਲਿਆਂਦਾ। ਅਰਦਾਸ ਹੋਈ, ਹੁਕਮਨਾਮੇ ਦੇ ਪਹਿਲੇ ਅੱਖਰ ਤੋਂ ਨਾਮ ਹਰਬੰਸ ਸਿੰਘ ਰੱਖਿਆ, ਜੋ ਕਿ ਬਹੁਤ ਲਾਇਕ ਪੁੱਤਰ ਹੋਇਆ। ਮਸਤਾਨੀ ਬਿਰਤੀ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਮਣਾਈਆਂ ਉਹਨਾਂ ਦੇ ਘਰ ਚਲੇ ਗਏ। ਘਰ ਚਲੇ ਗਏ ਤੇ ਬਾਬਾ ਜੀ ਉੱਚੀ ਆਵਾਜ਼ ਦੇ ਵਿੱਚ ਕਹਿੰਦੇ, ਹੁਕਮ ਸਿੰਘ ਤੇ ਬੀਬੀ ਊਧਮ ਕੌਰ, ਤੁਹਾਡੇ ਘਰ 2 ਪੁੱਤਰ, ਪੁੱਤਰ ਤਾਂ ਉਹਨਾਂ ਦੇ ਇੱਕ ਸੀ, ਤੇ ਦੋਨਾਂ ਪੁੱਤਰਾਂ ਦਾ 1.25 ਰੁਪਈਆ ਸਾਨੂੰ ਭੇਟਾ ਕਰੋ। ਬਚਨ ਇੱਕ ਵਾਰੀ ਫੇਰ ਕਿਹਾ, ਊਧਮ ਕੌਰ ਤੇ ਸਰਦਾਰ ਹੁਕਮ ਸਿੰਘ, ਤੁਹਾਡੇ ਘਰ 2 ਪੁੱਤਰ ਤੇ ਦੋਵਾਂ ਦਾ 1.25 ਰੁਪਈਆ ਸਾਨੂੰ ਭੇਟਾ ਕਰੋ। ਤਾਂ ਉਹਨਾਂ ਨੇ ਬਾਬਾ ਜੀ ਦੇ ਬਚਨ ਦੀ ਬਹੁਤੀ ਪਰਵਾਹ ਨਾ ਕੀਤੀ ਤੇ 1.25 ਰੁਪਈਆ ਮਹਾਂਪੁਰਖਾਂ ਦੇ ਚਰਨਾਂ 'ਚ ਲਿਆ ਕੇ ਭੇਟਾ ਕਰ ਦਿੱਤਾ। ਬਾਬਾ ਜੀ ਕਹਿੰਦੇ 2 ਪੁੱਤਰਾਂ ਦਾ 1.25 ਰੁਪਈਆ ਲਿਆਓ। 1.25 ਰੁਪਈਆ ਆ ਗਿਆ, 1.25 ਰੁਪਈਆ ਹੋਰ ਲਿਆਓ। ਤਾਂ ਉਹ ਬਚਨ ਮੰਨੇ ਨਾ, ਉਹਨਾਂ ਤੇ ਅਸਰ ਨਾ ਹੋਇਆ। ਤਾਂ ਮਹਾਂਪੁਰਖ ਵਾਪਸ ਮੁੜ ਪਏ ਬਾਬਾ ਈਸ਼ਰ ਸਿੰਘ ਜੀ, ਪਰ ਵਾਪਸ ਮੁੜਨ ਤੋਂ ਪਹਿਲਾਂ ਬਚਨ ਕਰ ਦਿੱਤਾ। ਕਹਿੰਦੇ ਚੰਗਾ ਤੇਰੀ ਮਰਜ਼ੀ, ਜੇ ਦੋਨਾਂ ਪੁੱਤਰਾਂ ਦੇ 2.25 ਰੁਪਈਏ ਪੇਸ਼ ਕਰ ਦਿੰਦੇ ਤਾਂ ਦੋਨੋਂ ਹੀ ਵੱਡੀ ਉਮਰ ਵਾਲੇ ਹੁੰਦੇ, ਪਰ ਹੁਣ ਇੱਕੋ ਹੀ ਬਚੇਗਾ, ਇੱਕ ਜਿਹੜਾ ਆਉਣ ਵਾਲਾ ਉਹ ਹੁਣ ਬਚੇਗਾ ਨਹੀਂ। ਸੋ ਅਗਲਾ ਬੱਚਾ ਜਦੋਂ ਉਹਨਾਂ ਦੇ ਘਰ ਪੁੱਤਰ ਹੋਇਆ, ਉਹ ਥੋੜਾ ਚਿਰ ਕੱਟ ਕੇ ਤੇ ਉਹ ਕਾਲਵਸ ਹੋ ਗਿਆ, ਭਾਵ ਚੜ੍ਹਾਈ ਕਰ ਗਿਆ। ਸੋ ਇਸ ਤਰ੍ਹਾਂ ਨਾਲ ਬਾਬਾ ਈਸ਼ਰ ਸਿੰਘ ਜੀ ਵੀ ਬੜੇ ਕਮਾਈ ਵਾਲੇ, ਬਹੁਤ ਬੰਦਗੀ ਵਾਲੇ ਸਾਧੂ ਹੋਏ ਹਨ। ਉਹਨਾਂ ਦੇ ਬਚਨ ਵੀ ਅਟਲ ਹੋਇਆ ਕਰਦੇ। ਸੋ ਇੱਥੇ 1933 ਦੇ ਲਾਗੇ ਛਾਗੇ ਸੰਤ ਜੀ ਮਹਾਰਾਜ ਦੇ ਛੋਟੇ ਭਰਾ ਬਾਬਾ ਦਇਆ ਸਿੰਘ ਜੀ, ਸੰਤ ਬਾਬਾ ਜਵਾਲਾ ਸਿੰਘ ਜੀ ਦੇ ਛੋਟੇ ਭਰਾ ਬਾਬਾ ਦਇਆ ਸਿੰਘ ਜੀ ਸੰਤਾਂ ਦੇ ਕੋਲ ਆਏ, ਬੇਨਤੀ ਕੀਤੀ ਕਿ ਭਾਈ ਜੀ ਘਰ ਚੱਲੋ, ਅਸੀਂ ਤੁਹਾਡੀ ਆਗਿਆ ਦੇ ਵਿੱਚ ਚੱਲਾਂਗੇ, ਤੁਹਾਡੀ ਸੇਵਾ ਕਰਾਂਗੇ। ਜਿਵੇਂ ਗ੍ਰਸਤੀ ਪ੍ਰੇਰਨਾ ਦਿਆ ਕਰਦੇ ਘਰ ਜਾਣ ਦੀ, ਇੱਦਾਂ ਸੰਤਾਂ ਨੂੰ ਉਹ ਪ੍ਰੇਰਿਤ ਕਰਨ ਲੱਗਾ ਵੀ ਸੰਤ ਜੀ ਮਹਾਰਾਜ ਤੁਸੀਂ ਘਰ ਚੱਲੋ ਤੇ ਅਸੀਂ ਤੁਹਾਡੀ ਸੇਵਾ ਕਰਿਆ ਕਰਾਂਗੇ। ਉਹ ਭਾਈ ਸਾਹਿਬ ਜੀ ਕਿਹਾ ਕਰਦੇ। ਭਾਈ ਦਇਆ ਸਿੰਘ ਨੇ ਬੜੀ ਪ੍ਰੇਰਨਾ ਦਿੱਤੀ, ਸੰਤ ਧੀਰਜ ਨਾਲ ਸੁਣਦੇ ਰਹੇ। ਜਦ ਵਾਰ-ਵਾਰ ਕਹਿਣ ਤੋਂ ਨਾ ਹਟਿਆ ਤਾਂ ਸੰਤ ਕਹਿੰਦੇ, ਦਇਆ ਸਿੰਘ ਆਪਣਾ ਘਰ ਕਿੰਨਾ ਕੁ ਵੱਡਾ? ਤਾਂ ਭਾਈ ਦਇਆ ਸਿੰਘ ਜੀ ਕਹਿੰਦੇ, ਜੀ ਕਾਫੀ ਵੱਡਾ ਆਪਣਾ ਘਰ। ਅੰਦਾਜ਼ਾ ਲਾ ਕੇ ਦੱਸਿਆ ਤਾਂ ਸੰਤ ਮਹਾਰਾਜ ਕਹਿੰਦੇ ਵੀ ਜਿੱਡਾ ਕ ਆਪਣਾ ਘਰ ਹੈ, ਆਪਾਂ 3 ਭਾਈ ਉਹਦੇ ਵਿੱਚ ਹਿੱਸੇਦਾਰ। ਜਦੋਂ 3 ਭਰਾ ਵੰਡਣ ਲੱਗਾਂਗੇ ਤਾਂ ਫਿਰ ਝਗੜਾ ਵੀ ਹੋਊ, ਇੱਕ ਦੂਜੇ ਦੇ ਖਿਲਾਫ ਵੈਰ ਵਿਰੋਧ ਵੀ ਹੋਊ। ਹੁਣ ਅਸੀਂ ਜਿੱਥੇ ਬੈਠੇ ਹਾਂ, ਇੱਥੇ ਸਾਡਾ ਕਿਸੇ ਨਾਲ ਝਗੜਾ ਨਹੀਂ, ਕਿਸੇ ਨਾਲ ਸਾਡਾ ਵੈਰ ਵਿਰੋਧ ਨਹੀਂ। ਕਿੰਨੇ ਜੀ ਇੱਥੇ ਆ ਜਾਣ, ਸਾਨੂੰ ਕੋਈ ਕਿਸੇ ਤਰ੍ਹਾਂ ਦੀ ਚਿੰਤਾ ਨਹੀਂ, ਕਿਸੇ ਤਰ੍ਹਾਂ ਦੀ ਫਿਕਰ ਨਹੀਂ ਹੈ। ਸੋ ਇਸ ਕਰਕੇ ਹੁਣ ਤੁਸੀਂ ਸਾਡਾ ਖਿਆਲ ਛੱਡ ਦਿਓ, ਤੁਸੀਂ ਆਪਣਾ ਕਾਰੋਬਾਰ ਕਰੋ, ਆਪਣੇ ਪਰਿਵਾਰ ਵਿੱਚ ਸੁਖੀ ਸਾਂਦੀ ਰਹੋ ਤੇ ਸਾਨੂੰ ਇਸ ਪਾਸੇ ਜੀਵਨ ਆਪਣਾ ਲਾਉਣ ਦਿਓ। ਸੋ ਇਸ ਤਰ੍ਹਾਂ ਨਾਲ ਮਹਾਂਪੁਰਖਾਂ ਨੇ ਰਾਮਬਾਗ ਕੁਟੀਆ ਤੋਂ ਉੱਪਰ ਥੋੜੀ ਚੋ ਦੇ ਤਰਫ ਕੁਟੀਆ ਇੱਕ ਬਣਾ ਲਈ। ਦਿਨ ਰਾਤ ਇੱਥੇ ਹੀ ਆਸਣ ਰੱਖਦੇ। 2ਵੇਂ ਵਕਤ ਦਾ ਦੀਵਾਨ ਵੀ ਸਜਦਾ, ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ, ਉਹ ਸੇਵਨ ਸਮਰੱਥ ਆਪਣਾ ਬਿਨਸੈ ਸਭ ਮੰਦਾ। ਕਾਨਿਆਂ ਦੀ ਛਪਰੀ ਸੀ, ਪਰ ਗੁਰਬਾਣੀ ਵਿੱਚ ਮਹਾਰਾਜ ਕਹਿੰਦੇ, ਭਲੀ ਸੁਹਾਵੀ ਛਾਪਰੀ ਜਾ ਮਹਿ ਗੁਣ ਗਾਏ, ਕਿਤਹੀ ਕਾਮ ਨਾ ਧੌਲ ਹਰ ਜਿਤ ਹਰ ਵਿਸਰਾਏ। ਸੋ ਇਸ ਤਰ੍ਹਾਂ ਨਾਲ
ਮਹਾਂਪੁਰਖਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਲਾਲਸਾ ਨਹੀਂ ਸੀ ਵੀ ਸਾਡੀ ਕੁਟੀਆ ਪੱਕੀ ਹੋਣੀ ਚਾਹੀਦੀ। ਕਾਨਿਆਂ ਦੀ ਛਪਰੀ ਦੇ ਵਿੱਚ ਮਹਾਂਪੁਰਖ ਬੈਠਿਆ ਕਰਦੇ। ਭਾਈ ਕੇਰ ਸਿੰਘ ਤੇ ਭਾਈ ਮਿਹਰ ਸਿੰਘ ਮਹਾਂਪੁਰਸ਼ਾਂ ਨੂੰ ਉੱਥੇ ਆ ਕੇ ਬਾਣੀ ਸੁਣਾਇਆ ਕਰਦੇ। ਇੱਕ ਦਿਨ ਭਾਈ ਮਿਹਰ ਸਿੰਘ ਤੇ ਭਾਈ ਕੇਰ ਸਿੰਘ ਜੀ ਉੱਥੇ ਬੈਠੇ ਬਾਣੀ ਪੜ੍ਹ ਰਹੇ। ਭਾਈ ਕੇਰ ਸਿੰਘ ਸੁਖਮਨੀ ਸਾਹਿਬ ਸੁਣਾ ਰਿਹਾ ਸੀ ਤੇ ਭਾਈ ਮਿਹਰ ਸਿੰਘ ਕੋਲ ਬੈਠਾ ਸੀ। ਮਿਹਰ ਸਿੰਘ ਨੇ ਇੱਕਦਮ ਜਦੋਂ ਸੱਜੇ ਪਾਸੇ ਦੇਖਿਆ ਤਾਂ ਇੱਕ ਬੜਾ ਭਿਆਨਕ ਸ਼ੇਰ ਉੱਥੇ ਬੈਠਾ, ਨੇੜੇ 10 ਕਦਮਾਂ ਦੇ ਉੱਤੇ ਬੈਠਾ ਨਜ਼ਰੀ ਪਿਆ। ਭਾਈ ਮਿਹਰ ਸਿੰਘ ਡਰ ਗਿਆ ਬਹੁਤ ਜ਼ਿਆਦਾ। ਭਾਈ ਕੇਰ ਸਿੰਘ ਸੁਖਮਨੀ ਸਾਹਿਬ ਦੀਆਂ ਬਾਕੀ ਰਹਿੰਦੀਆਂ ਅਸ਼ਟਪਦੀਆਂ ਉਸੇ ਰੰਗ ਦੇ ਵਿੱਚ ਕਰੀ ਗਿਆ। ਸੁਖਮਨੀ ਸਾਹਿਬ ਜਦੋਂ ਸੰਪੂਰਨ ਹੋ ਗਿਆ ਤਾਂ ਉਹ ਸ਼ੇਰ ਸੰਤਾਂ ਦੀ ਕੁਟੀਆ ਅੱਗੇ ਸਿਰ ਝੁਕਾ ਕੇ ਜੰਗਲ ਵਾਲੇ ਪਾਸੇ ਨੂੰ ਚਲਿਆ ਗਿਆ। ਸੰਤਾਂ ਨੇ ਨੇਤਰ ਖੋਲੇ। ਸੰਤ ਕਹਿੰਦੇ, ਭਾਈ ਮਿਹਰ ਸਿੰਘ ਤੂੰ ਡਰਿਆ ਕਿਉਂ ਇੰਨਾ? ਤਾਂ ਉਹਨੇ ਕਿਹਾ, ਮਹਾਰਾਜ ਇੱਥੇ 10 ਕਦਮਾਂ ਦੇ ਉੱਤੇ ਬੜਾ ਭਾਰੀ ਸ਼ੇਰ ਬੈਠਾ ਸੀ। ਮਹਾਰਾਜ ਕਹਿਣ ਲੱਗੇ, ਕਹਿੰਦੇ ਡਰਨ ਦੀ ਲੋੜ ਨਹੀਂ, ਇਹ ਤਾਂ ਹਮੇਸ਼ਾ ਹੀ ਇੱਥੇ ਆ ਕੇ ਸੁਖਮਨੀ ਸਾਹਿਬ ਸੁਣ ਕੇ ਜਾਂਦਾ, ਅੱਗੇ ਨੂੰ ਵੀ ਸੁਣਿਆ ਕਰੂ, ਪਰ ਦੇਖ ਕੇ ਡਰਨ ਦੀ ਲੋੜ ਨਹੀਂ। ਸੁਖਮਨੀ ਸਾਹਿਬ ਸੁਣਨ ਕਰਕੇ ਇਸ ਸ਼ੇਰ ਨੂੰ ਵੀ ਠੰਡ ਪੈਂਦੀ ਹੈ, ਇਸ ਕਰਕੇ ਇਹ ਬਾਣੀ ਸੁਣਨ ਵਾਸਤੇ ਆਉਂਦਾ ਹੈ। ਸੋ ਇਸ ਤਰ੍ਹਾਂ ਦੀਆਂ ਅਨੇਕਾਂ ਹੀ ਜਿਹੜੀਆਂ ਨੇ ਕਰਾਮਾਤਾਂ ਵਰਤਦੀਆਂ। ਸੋ ਨੇੜੇ ਪਿੰਡ ਸੀ ਧਗਾਨਗੜ੍ਹ, ਇੱਥੇ ਦਾ ਇੱਕ ਭਾਈ ਮਿੱਤ ਸਿੰਘ, ਇਹ ਵੀ ਕਦੇ ਕਦੇ ਅਜਿਹਾ ਬਚਨ ਕਰਿਆ ਕਰੇ ਵੀ ਸੰਤ ਹੋਰ ਸਾਰਿਆਂ ਨਾਲ ਕਰਾਮਾਤਾਂ ਵਰਤਾਉਂਦੇ, ਅਨੇਕ ਤਰ੍ਹਾਂ ਦੇ ਵਰ ਦਿੰਦੇ, ਜੇ ਮੇਰੇ ਨਾਲ ਕਦੇ ਇਹੋ ਜਿਹੀ ਕਰਾਮਾਤ ਵਰਤਾ ਕੇ ਦੱਸਣ ਤਾਂ ਫੇਰ ਮੈਂ ਮੰਨਾਂ ਵੀ ਸੰਤ ਪੂਰੇ ਆ। 1924 ਜੇਠ ਦਾ ਮਹੀਨਾ ਲੰਘਿਆ, ਹਾੜ ਮਹੀਨਾ ਸ਼ੁਰੂ ਹੋਇਆ, ਹਦਵਾਣੇ ਖਰਬੂਜੇ ਪੱਕਣੇ ਸ਼ੁਰੂ ਹੋਏ, ਇਹੋ ਜਿਹੀ ਰੁੱਤ ਸੀ। ਤੇ ਮਿੱਤ ਸਿੰਘ ਨੇ ਵੀ ਕੁਛ ਜ਼ਮੀਨ ਜਿਹੜੀ ਲੈ ਕੇ ਤੇ ਖਰਬੂਜੇ ਹਦਵਾਣੇ ਲਾਏ ਹੋਏ ਸੀ, ਫਲ ਵੀ ਖੂਬ ਲੱਗਿਆ ਹੋਇਆ ਸੀ। ਤੇ ਮਿੱਤ ਸਿੰਘ ਖਰਬੂਜਿਆਂ ਦੀ ਰਾਖੀ ਲਈ ਰਾਤ ਵੀ ਉੱਥੇ ਰਿਹਾ ਕਰਦਾ। ਇੱਕ ਦਿਨ ਐਸਾ ਹੋਇਆ ਬਈ ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਰਾਤ ਦੇ ਸਮੇਂ ਉਹਦੇ ਕੋਲ ਉਹਦੇ ਖੇਤਾਂ ਵਿੱਚ ਜਾ ਪਹੁੰਚੇ। ਚੰਦ ਦੀ ਚਾਨਣੀ ਸੀ, ਬੜਾ ਉਸ ਵੇਲੇ ਚਾਨਣ ਸਾਰੇ ਪਾਸੇ ਦਿਸ ਰਿਹਾ। ਤੇ ਜਿਸ ਵੇਲੇ ਰਾਤ ਨੂੰ ਸੰਤ ਹੱਥ ਵਿੱਚ ਖੂੰਡਾ ਫੜਿਆ ਹੋਇਆ ਮਿੱਤ ਸਿੰਘ ਦੇ ਕੋਲ ਧਗਾਨਗੜ੍ਹ ਪਹੁੰਚ ਗਏ ਤਾਂ ਮਹਾਂਪੁਰਖ ਮਿੱਤ ਸਿੰਘ ਨੂੰ ਕਹਿਣ ਲੱਗੇ, ਚੱਲ ਸਾਡੇ ਨਾਲ ਤੁਰ, ਕਿਤੇ ਜਾਣਾ ਹੈ। ਤਾਂ ਮਿੱਤ ਸਿੰਘ ਮਹਾਂਪੁਰਖਾਂ ਦਾ ਸ਼ਰਧਾਲੂ ਤਾਂ ਸੀ ਨਹੀਂ, ਉਹ ਤਾਂ ਸ਼ੰਕਾਵਾਦੀ ਸੀ ਤੇ ਸੰਤਾਂ ਨੂੰ ਬੋਲ ਕਬੋਲ ਵੀ ਪਿੱਠ ਪਿੱਛੇ ਬੋਲਦਾ ਸੀ ਬਈ ਇਹ ਜਵਾਨੀ ਉਮਰ ਦੇ ਵਿੱਚ ਸਾਧ ਹੋਇਆ, ਕੋਈ ਚੋਰੀ ਜਾਰੀ ਕਰਕੇ ਭੱਜੂਗਾ, ਅੱਜ ਵੀ ਗਿਆ ਕੱਲ ਵੀ ਗਿਆ, ਕਈ ਤਰ੍ਹਾਂ ਦੀ ਨਿੰਦਿਆ ਮਹਾਂਪੁਰਖਾਂ ਦੇ ਪ੍ਰਤੀ ਕਰਦਾ ਸੀ। ਪਰ ਨਾਲ ਨਾਲ ਇਹ ਵੀ ਗੱਲ ਕਹਿੰਦਾ ਸੀ ਵੀ ਮੈਨੂੰ ਕੋਈ ਕਰਾਮਾਤ ਵਿਖਾਲੇ, ਮੈਨੂੰ ਕੋਈ ਵਰ ਦੇਵੇ ਤਾਂ ਮੈਂ ਮੰਨਾਂ ਵੀ ਸੰਤ ਆ। ਤੋ ਅੱਜ ਉਹ ਸਮਾਂ ਆ ਗਿਆ ਤੇ ਸੰਤ ਜੀ ਮਹਾਰਾਜ ਕਹਿਣ ਲੱਗੇ, ਕਹਿੰਦੇ ਮਿੱਤ ਸਿੰਘ ਚੱਲ ਸਾਡੇ ਨਾਲ। ਤਾਂ ਉਹ ਵਚਨ ਨਾ ਮੋੜ ਸਕਿਆ, ਸੰਤਾਂ ਦੇ ਨਾਲ ਉਹਨੂੰ ਤੁਰਨਾ ਪਿਆ। ਸੰਤ ਬਹੁਤ ਕਾਹਲੀ ਕਾਹਲੀ ਚੱਲਦੇ ਸੀ, ਤੇਜ਼ ਰਫ਼ਤਾਰ ਨਾਲ ਤੁਰਿਆ ਕਰਦੇ। ਮੀਲ 1.5 ਮੀਲ ਸੰਤ ਜਿਸ ਵੇਲੇ ਚਲੇ ਗਏ ਤਾਂ ਇਹ ਖੜ ਗਿਆ। ਮਿੱਤ ਸਿੰਘ ਕਹਿਣ ਲੱਗਾ, ਕਹਿੰਦਾ ਜੀ ਮੈਨੂੰ ਛੁੱਟੀ ਦੇ ਦਿਓ ਤੇ ਮੈਂ ਖਰਬੂਜਿਆਂ ਦੀ ਰਾਖੀ ਬੈਠਣਾ ਜਾ ਕੇ, ਖਰਬੂਜੇ ਪੱਕੇ ਹੋਇਆ ਕੋਈ ਤੋੜ ਕੇ ਨਾ ਲੈ ਜਾਵੇ। ਸੰਤ ਕਹਿੰਦੇ ਮਿੱਤ ਸਿੰਘ ਨੂੰ, ਤੂੰ ਸਾਡੇ ਨਾਲ ਤੁਰ, ਤੇਰੇ ਖਰਬੂਜੇ ਨਹੀਂ ਕੋਈ ਤੋੜਦਾ, ਫਿਕਰ ਨਾ ਕਰ। ਮਿੱਤ ਸਿੰਘ ਚੁੱਪ ਕੀਤਾ, ਫੇਰ ਸੰਤਾਂ ਨਾਲ ਤੁਰ ਪਿਆ। ਤਕਰੀਬਨ ਮੀਲ ਕੁ ਦਾ ਸਫ਼ਰ ਹੋਰ ਕੱਢਿਆ। ਫੇਰ ਮਿੱਤ ਸਿੰਘ ਅੱਗੇ ਕਹਿੰਦਾ, ਮੈਨੂੰ ਛੁੱਟੀ ਦੇ ਦਿਓ ਜੀ, ਮੈਂ ਆਪਣੇ ਖੇਤ ਵਿੱਚ ਜਾਵਾਂ, ਖਰਬੂਜਿਆਂ ਦੀ ਰਾਖੀ ਕਰਾਂ ਜਾ ਕੇ। ਮਹਾਂਪੁਰਸ਼ਾਂ ਨੇ ਹੁਣ ਤਾੜਨਾ ਕੀਤੀ, ਜਿਵੇਂ ਝਿੜਕੀ ਦਾ ਤਾੜ ਕੇ ਮਹਾਂਪੁਰਸ਼ ਮਿੱਤ ਸਿੰਘ ਨੂੰ ਕਹਿੰਦੇ ਬਈ ਤੂੰ ਫਿਕਰ ਨਾ ਕਰ, ਸਾਡੇ ਨਾਲ ਤੁਰ, ਤੇਰੇ ਖਰਬੂਜੇ ਕੋਈ ਨਹੀਂ ਲੈ ਕੇ ਚੱਲਿਆ। ਤੇ ਇਸ ਤਰ੍ਹਾਂ ਦੇ ਨਾਲ ਸੰਤ ਮਹਾਰਾਜ ਫੇਰ ਤੁਰੇ ਗਏ। ਥੋੜਾ ਜਿਹਾ ਦੂਰ ਜਾ ਕੇ ਹੁਣ ਮਿੱਤ ਸਿੰਘ
ਬਿਲਕੁਲ ਹੀ ਧੀਰਜ ਹਾਰ ਗਿਆ ਤੇ ਸੰਤਾਂ ਦੇ ਮੋਹਰੇ ਖੜ ਗਿਆ ਵੀ ਹੁਣ ਇਦੋਂ ਗਾਹਾਂ ਤਾਂ ਮੈਂ ਇੱਕ ਪੈਰ ਨਹੀਂ ਪੱਟ ਸਕਦਾ ਤੇ ਮੈਨੂੰ ਤੁਸੀਂ ਛੁੱਟੀ ਦੇ ਦਿਓ, ਮੈਂ ਜਾਣਾ ਤੇ ਮੇਰੇ ਖਰਬੂਜਿਆਂ ਦੀ ਰਾਖੀ ਉੱਥੇ ਕੋਈ ਨਹੀਂ। ਤਾਂ ਸੰਤ ਮਹਾਰਾਜ ਕਹਿੰਦੇ ਚੰਗਾ ਬਈ, ਹੁਣ ਜੇ ਤੂੰ ਵਾਪਸ ਜਾਣਾ ਹੀ ਆ ਕੋਈ ਗੱਲ ਨਹੀਂ, ਚਲਿਆ ਜਾਈ, ਪਰ ਤੇਰੇ ਖਰਬੂਜਿਆਂ ਦੀ ਰਾਖੀ ਅਸੀਂ ਸੇਵਾਦਾਰ ਬਿਠਾਲ ਕੇ ਆਏ ਸੀ ਤੇ ਤੇਰੇ ਜਾਂਦੇ ਨੂੰ ਵੀ ਉੱਥੇ ਬੈਠੇ ਹੋਣਗੇ, ਪਰ ਜਦ ਤੂੰ 50 ਕੁ ਕਦਮਾਂ ਤੇ ਪਿੱਛੇ ਰਹਿ ਜਾਏਗਾ ਨਾ ਤਾਂ ਉਸ ਵੇਲੇ ਉੱਠ ਕੇ ਚਲੇ ਜਾਣਗੇ। ਤੂੰ ਉਹਨਾਂ ਨੂੰ ਬੁਲਾਈ ਨਾ ਤੇ ਉਹ ਤੈਨੂੰ ਦਿਸਣੋਂ ਬੰਦ ਹੋ ਜਾਣਗੇ ਥੋੜੇ ਚਿਰ ਵਿੱਚ ਹੀ। ਕਹਿੰਦੇ ਜੀ ਮੇਰੇ ਖਰਬੂਜਿਆਂ ਦੀ ਰਾਖੀ ਤੁਸੀਂ ਕਿਹਨਾਂ ਨੂੰ ਬਿਠਾਲ ਕੇ ਆਏ ਸੀ? ਤਾਂ ਸੰਤ ਜੀ ਮਹਾਰਾਜ ਕਹਿੰਦੇ ਸ਼ਹੀਦੀ ਫੌਜਾਂ ਤੇਰੇ ਖਰਬੂਜਿਆਂ ਦੀ ਰਾਖੀ ਬਿਠਾਲ ਕੇ ਆਏ ਸੀ ਤੇ ਇਸ ਕਰਕੇ ਤੈਨੂੰ ਐਵੇਂ ਫਿਕਰ ਲੱਗਿਆ ਹੋਇਆ ਸੀ। ਤੇ ਹੁਣ ਮਹਾਂਪੁਰਸ਼ ਕਹਿੰਦੇ ਬਈ ਮਿੱਤ ਸਿੰਘ, ਤੂੰ ਹਮੇਸ਼ਾ ਕਹਿੰਦਾ ਰਹਿਣਾ ਵੀ ਸੰਤ ਮੈਨੂੰ ਵੀ ਕੋਈ ਵਰ ਦੇਣ, ਚੰਗਾ ਹੁਣ ਅੱਜ ਸਮਾਂ ਹੈ, ਮੰਗ ਲੈ ਕੀ ਚਾਹੀਦਾ ਤੈਨੂੰ, ਗੁਰੂ ਨਾਨਕ ਦੇ ਘਰੋਂ ਉਹੀ ਕੁਛ ਲੈ ਦਈਏ। ਤਾਂ ਮਿੱਤ ਸਿੰਘ ਕਹਿੰਦਾ ਮਹਾਂਪੁਰਸ਼ੋ ਜੇ ਕਿਰਪਾ ਕਰਨੀ ਤਾਂ ਬਸ ਇਹ ਕਿਰਪਾ ਕਰੋ ਵੀ ਮੇਰੇ ਖਰਬੂਜੇ ਨਾ ਕੋਈ ਤੋੜ ਕੇ ਲੈ ਜਾਵੇ। ਮਹਾਂਪੁਰਸ਼ ਹੱਸ ਪਏ। ਸੰਤ ਬਾਬਾ ਜਵਾਲਾ ਸਿੰਘ ਜੀ ਕਹਿੰਦੇ ਮਿੱਤ ਸਿੰਘ, ਕੋਈ ਸਾਧੂ ਇਹ ਬਚਨ ਕਿਸੇ ਨੂੰ ਇੰਨਾ ਸੌਖਾ ਨਹੀਂ ਕਿਹਾ ਕਰਦਾ ਵੀ ਜੋ ਮਰਜ਼ੀ ਮੰਗ ਲੈ। ਤੇਰੇ ਨਾਲ ਜੇ ਇਹ ਬਚਨ ਕੀਤਾ ਤਾਂ ਇਹਦੇ ਪਿੱਛੇ ਬਹੁਤ ਵੱਡਾ ਕੋਈ ਰਾਜ਼ ਹੈ ਤੇ ਤੂੰ ਮੰਗ ਲੈ ਜੋ ਤੇਰੀ ਇੱਛਾ ਹੈ। ਉਹਨ ਦੂਜੀ ਵਾਰੀ ਫੇਰ ਇਹੀ ਕਹਿਤਾ ਵੀ ਕਿਰਪਾ ਕਰੋ ਮੇਰੇ ਖਰਬੂਜੇ ਨਾ ਕੋਈ ਤੋੜ ਕੇ ਲੈ ਜਾਵੇ। ਸੋ ਇੱਥੇ ਹੁਣ ਮਾੜੇ ਕਰਮ ਉਹਦੇ ਅੱਗੇ ਆ ਗਏ। ਸੰਤਾਂ ਨੇ 3 ਵਾਰੀ ਵਚਨ ਕੀਤਾ ਤੇ 3 ਵਾਰੀ ਉਹਨੇ ਇਹੀ ਗੱਲ ਕਹਿਤੀ ਵੀ ਮੇਰੇ ਖਰਬੂਜੇ ਨਾ ਕੋਈ ਤੋੜ ਕੇ ਲੈ ਜਾਵੇ। ਇੱਥੇ ਗੁਰਬਾਣੀ ਦੀ ਪੰਕਤੀ ਆਉਂਦੀ ਜੀ, ਬਿਨ ਕਰਮਾ ਕਿਛ ਪਾਈਐ ਨਾਹੀ ਜੇ ਬਹੁ ਤੇਰਾ ਧਾਵੈ। ਜੇਕਰ ਮਿੱਤ ਸਿੰਘ ਸੰਤਾਂ ਦਾ ਸ਼ਰਧਾਲੂ ਹੁੰਦਾ, ਸੇਵਾ ਕਰਦਾ ਹੁੰਦਾ ਤਾਂ ਉਹਦੇ ਮਨ ਨੂੰ ਅੰਦਰੋਂ ਪ੍ਰੇਰਨਾ ਮਿਲ ਜਾਣੀ ਸੀ ਤੇ ਉਹਨੇ ਕੋਈ ਨਾ ਕੋਈ ਤੱਤ ਵਸਤੂ ਮਹਾਂਪੁਰਸ਼ਾਂ ਦੇ ਕੋਲੋਂ ਬਖਸ਼ਿਸ਼ ਭਰੀ ਮੰਗ ਲੈਣੀ ਸੀ। ਪਰ ਉਹ ਤਾਂ ਸੰਤਾਂ ਦੀ ਨਿੰਦਿਆ ਕਰਨ ਵਾਲਾ ਨਿੰਦਕ ਸੀ, ਇਸ ਕਰਕੇ ਉਹ ਸਮੇਂ ਨੂੰ ਸੰਭਾਲ ਹੀ ਨਹੀਂ ਸਕਿਆ। 3 ਵਾਰੀ ਵਚਨ ਕੀਤੇ ਤੇ 3 ਵਾਰੀ ਜਿਹੜੇ ਵਚਨ ਸੀ ਉਹਨੇ ਇੱਕੋ ਹੀ ਗੱਲ ਕਹੀ ਵੀ ਖਰਬੂਜੇ ਨਾ ਕੋਈ ਤੋੜ ਕੇ ਲੈ ਜਾਵੇ। ਤੋ ਜਿਸ ਵੇਲੇ ਹੁਣ ਮਹਾਂਪੁਰਖਾਂ ਨੇ ਕਿਹਾ ਚੰਗਾ ਬਈ ਤੇਰੇ ਭਾਗਾਂ ਨੇ ਤੇਰੇ ਕੋਲੋਂ ਕੁਛ ਮੰਗਣ ਨਹੀਂ ਦਿੱਤਾ, ਤੈਨੂੰ ਪ੍ਰਾਪਤ ਨਹੀਂ ਹੋਣ ਦਿੱਤਾ ਕੁਛ ਵੀ, ਇਹ ਤਾਂ ਬਿਨ ਕਰਮਾ ਕਿਛ ਪਾਈਐ ਨਾਹੀ, ਜੋਰ ਨਾ ਮੰਗਣ ਦੇਣ ਨਾ ਜੋਰ, ਦੱਦਾ ਦੋਸ ਨੇ ਦੇਊ ਕਿਸੇ, ਦੋਸ਼ ਕਰਮਾ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨ ਦੀਜੈ ਅਵਰਜਨਾ। ਕੁੰਭਕਰਨ ਨੇ ਵੀ ਤਪੱਸਿਆ ਕੀਤੀ ਸੀ ਬਹੁਤ, ਸ਼ਿਵ ਜੀ ਮਹਾਰਾਜ ਤੋਂ ਉਹਨੇ ਮੰਗਣਾ ਸੀ ਵੀ ਮੈਂ 6 ਮਹੀਨੇ ਜਾਗਦਾ ਰਹਾਂ, 1 ਮਹੀਨਾ ਸੌਵਾਂ, ਪਰ ਭਾਗਾਂ ਨੇ ਐਸਾ ਚੱਕਰ ਵਰਤਾਇਆ ਜਿਸ ਵੇਲੇ ਮੰਗਣ ਲੱਗਿਆ ਤਾਂ ਉਸ ਵੇਲੇ ਕਹਿੰਦਾ 6 ਮਹੀਨੇ ਸੁੱਤਾ ਰਹਾਂ, 1 ਮਹੀਨਾ ਜਾਗਾ, ਇੱਕ ਦਿਨ ਜਾਗਾ। ਸੋ ਇਹ ਸਾਰੀ ਖੇਡ ਕਰਮਾਂ ਤੇ ਆ ਕੇ ਖੜ ਜਾਂਦੀ। ਤੋ ਇਸ ਤਰ੍ਹਾਂ ਨਾਲ ਹੁਣ ਸੰਤਾਂ ਦੇ ਬਚਨਾਂ ਤੇ ਉਹਨੂੰ ਯਕੀਨ ਤਾਂ ਸੀ ਨਹੀਂ ਮਿੱਤ ਸਿੰਘ ਨੂੰ। ਉਹ ਸੋਚਦਾ ਵੀ ਮੇਰੇ ਖਰਬੂਜਿਆਂ ਦੀ ਰਾਖੀ ਕੌਣ ਬੈਠਾ ਹੋਣਾ, ਸੰਤ ਐਵੇਂ ਮੈਨੂੰ ਕਹਿ ਗਏ। ਪਰ ਜਿਸ ਵੇਲੇ ਆਇਆ ਉਹਨੇ ਦੂਰੋਂ ਦੇਖਿਆ 50 ਕਦਮਾਂ ਤੇ ਜਿਸ ਵੇਲੇ ਆ ਕੇ ਵੀ ਉਹਦੇ ਮੰਜੇ ਦੇ ਉੱਤੇ ਕੋਈ ਸਫੈਦ ਵਸਤਰਾਂ ਵਾਲੇ ਸਿੰਘ ਬੈਠੇ ਆ, ਤੇ ਜਿਸ ਵੇਲੇ ਨੇੜੇ ਆਇਆ ਤਾਂ ਉਹ ਉੱਠ ਕੇ ਚਲੇ ਗਏ। ਮਹਾਂਪੁਰਸ਼ਾਂ ਦੇ ਬਚਨ ਹੁਣ ਜਦ ਉਹਨੇ 7 ਦੇਖੇ ਤਾਂ ਫਿਰ ਉਹ ਬਹੁਤ ਆਪਣੇ ਦਿਲ ਵਿੱਚ ਪਛਤਾਇਆ ਵੀ ਮੇਰਾ ਐਡਾ ਮਾੜਾ ਭਾਗ ਸੀ ਵੀ ਮੈਨੂੰ ਸੰਤਾਂ ਨੇ 3 ਵਾਰੀ ਕਿਹਾ ਪਰ ਮੈਂ ਕੁਝ ਮੰਗ ਨਹੀਂ ਸਕਿਆ। ਮੈਂ ਸੰਤਾਂ ਅੱਗੇ ਬੇਨਤੀ ਕਰਕੇ ਕੋਈ ਬਖਸ਼ਿਸ਼ ਲੈ ਨਹੀਂ ਸਕਿਆ। ਸੋ ਇਸ ਤਰ੍ਹਾਂ ਨਾਲ ਮਹਾਂਪੁਰਖ ਬਾਬਾ ਜਵਾਲਾ ਸਿੰਘ ਜੀ, ਜਿਨ੍ਹਾਂ ਦੇ ਜਨਮਦਾਤੇ, ਜਿਨ੍ਹਾਂ ਦੇ ਬਚਨਾਂ ਨਾਲ ਮਹਾਂਪੁਰਖਾਂ ਦਾ ਜਨਮ ਹੋਇਆ ਸੀ, ਬਾਬਾ ਕਾਨਦਾਸ ਜੀ ਮੰਡੇਰਾਂ ਵਾਲੇ, ਬਹੁਤ ਉੱਚੀ ਅਵਸਥਾ, ਪੂਰਨ ਬ੍ਰਹਮ ਗਿਆਨੀ, ਬੀਤਰਾਗ ਸਾਧੂ, ਬੇਅੰਤ ਕਰਾਮਾਤਾਂ ਦੇ ਮਾਲਕ, ਸਰਬੱਗ ਅੰਤਰਜਾਮਤਾ ਉਹਨਾਂ ਦੇ ਅੰਦਰ ਸੀ।
ਸੋ ਬੇਅੰਤ ਗੁਪਤ ਆਤਮਾਵਾਂ ਵੀ ਉਹਨਾਂ ਦੇ ਕੋਲ ਆਇਆ ਕਰਦੀਆਂ ਸੀ। 84 ਸਿੱਧ, ਗੋਰਖਨਾਥ, ਹੋਰ ਅਨੇਕਾਂ ਹੀ ਗੁਪਤ ਰੂਹਾਂ ਬਾਬਾ ਕਾਨਦਾਸ ਜੀ ਦੇ ਕੋਲ ਆਇਆ ਕਰਦੀਆਂ, ਤੇ ਬਾਬਾ ਜੀ ਦੇ ਹਜ਼ੂਰ ਹਮੇਸ਼ਾ ਧੂਣਾ ਲੱਗਾ ਰਹਿੰਦਾ। ਤੇ ਬਾਬਾ ਜੀ ਜਦੋਂ ਹਰਖਵਾਲ ਡੇਰੇ ਆਉਂਦੇ ਤਾਂ ਇੱਥੇ ਵੀ ਧੂਣਾ ਲਗਵਾ ਦਿੰਦੇ। ਤੇ ਇਸ ਤਰ੍ਹਾਂ ਨਾਲ ਮਹਾਂਪੁਰਖਾਂ ਨੇ ਪੱਕਾ ਹੀ ਧੂਣੇ ਦੀ ਡਿਊਟੀ ਲਾ ਦਿੱਤੀ, ਬਈ ਜਦੋਂ ਵੀ ਅਸੀਂ ਆਈਏ ਤੇ ਧੂਣਾ ਲੱਗਣਾ ਚਾਹੀਦਾ। ਤਾਂ ਇੱਕ ਦਿਨ ਐਸਾ ਹੋਇਆ, ਇੰਦਰ ਸਿੰਘ ਜੀ ਦੀ ਡਿਊਟੀ ਧੂਣਾ ਲਾਉਣ ਦੀ ਸੀ, ਪਰ ਉਹ ਧੂਣਾ ਬਾਲਣਾ ਭੁੱਲ ਗਿਆ। ਬਾਬਾ ਕਾਨਦਾਸ ਜੀ ਨੇ ਬਾਬਾ ਜਵਾਲਾ ਸਿੰਘ ਜੀ ਨੂੰ ਕਿਹਾ ਵੀ ਅੱਜ ਧੂਣਾ ਕਿਉਂ ਨਹੀਂ ਲਾਇਆ। ਇਸ ਵਾਸਤੇ ਸਾਰੇ ਸਿੱਧ ਨਿਰਾਸ਼ ਹੋ ਕੇ ਵਾਪਸ ਮੁੜ ਗਏ। ਸੰਤ ਜਵਾਲਾ ਸਿੰਘ ਜੀ ਨੇ ਭਾਈ ਇੰਦਰ ਸਿੰਘ ਜੀ ਨੂੰ ਬੁਲਾਇਆ ਤੇ ਬਾਕੀ ਜੋ ਡੇਰੇ ਦੇ ਜਗਿਆਸੂ ਸੀਗੇ ਸਾਰਿਆਂ ਨੂੰ ਬੁਲਾ ਕੇ ਤਾੜਨਾ ਕੀਤੀ। ਭਾਈ ਇੰਦਰ ਸਿੰਘ ਨੂੰ ਕਿਹਾ ਵੀ ਮਹਾਂਪੁਰਸ਼ਾਂ ਦਾ ਤੁਸੀਂ ਵਚਨ ਕਿਉਂ ਨਹੀਂ ਮੰਨਿਆ, ਧੂਣਾ ਲਾਉਣ ਦਾ ਉਹਨਾਂ ਦਾ ਹੁਕਮ ਸੀ, ਕਿਉਂ ਨਹੀਂ ਲਾਇਆ। ਬਾਬਾ ਜੀ ਆਖਦੇ ਵੀ ਇਸ ਧੂਣੇ ਪਰ ਗੋਰਖਨਾਥ ਆਦਿਕ ਸਿੱਧ ਆਉਂਦੇ, ਆਰਾਮ ਕਰਕੇ ਕੁਝ ਸਮਾਂ ਫਿਰ ਚਲੇ ਜਾਂਦੇ। ਅੱਜ ਧੂਣਾ ਨਾ ਹੋਣ ਕਰਕੇ ਉਹ ਜਿਹੜੇ ਨਾਥ ਸਿੱਧ ਸੀ ਨਿਰਾਸੇ ਗਏ ਐ। ਅੱਜ ਤੋਂ ਖਿਆਲ ਰੱਖੋ, ਇੱਥੇ ਧੂਣਾ ਜ਼ਰੂਰ ਲਾਇਆ ਕਰੋ। ਬਾਬਾ ਜਵਾਲਾ ਸਿੰਘ ਜੀ ਦਾ ਬਚਨ ਸੁਣ ਕੇ ਸਾਰੇ ਜਗਿਆਸੂ ਸੀਗੇ ਜਿਹੜੇ, ਉਹ ਬਹੁਤ ਹੈਰਾਨ ਹੋਏ ਤੇ ਸਾਰਿਆਂ ਦੇ ਮਨ ਵਿੱਚ ਬੜੀ ਭਾਰੀ ਸ਼ੰਕਾ ਪੈਦਾ ਹੋ ਗਈ ਵੀ ਅਸੀਂ ਤਾਂ ਕਦੇ ਇੱਥੇ ਕੋਈ ਸਿੱਧ ਨਾਥ ਦੇਖਿਆ ਨਹੀਂ, ਨਾ ਕੋਈ ਉਹਨਾਂ ਦੀ ਨਿਸ਼ਾਨੀ ਦੇਖੀ। ਤੇ ਸੰਤ ਕਹਿੰਦੇ ਇੱਥੇ 84 ਸਿੱਧ ਆਉਂਦੇ, ਨਾਥ ਆਉਂਦੇ ਆ ਧੂਣੇ ਦੇ ਉੱਤੇ। ਮਹਾਂਪੁਰਖ ਸਰਬ ਅੰਤਰਜਾਮੀ ਹੁੰਦੇ। ਸਾਰਿਆਂ ਸੰਤਾਂ ਜਗਿਆਸੂਆਂ ਦੇ ਦਿਲਾਂ ਦੀ ਇਹ ਸੰਸਾ ਦੂਰ ਕਰਨ ਵਾਸਤੇ ਇੱਕ ਰਾਤ ਨੂੰ ਮਹਾਂਪੁਰਖਾਂ ਨੇ ਫਿਰ ਕੌਤਕ ਦਿਖਾ ਲਿਆ। ਸਾਰਿਆਂ ਨੂੰ ਰਾਤ ਦੇ 10 ਵਜੇ ਧੂਣੇ ਤੇ ਇਕੱਠੇ ਕਰ ਲਿਆ। ਹੁਕਮ ਕੀਤਾ ਵੀ ਸਾਰੇ ਜਣੇ ਮੂਲ ਮੰਤਰ ਦਾ ਜਾਪ ਕਰੋ। ਸੰਤ ਜੀ ਮਹਾਰਾਜ ਵੀ ਬਾਬਾ ਜਵਾਲਾ ਸਿੰਘ ਜੀ ਵੀ ਕੋਲ ਬੈਠ ਗਏ। ਜਦ 2 ਘੰਟੇ ਜਾਪ ਕਰਦਿਆਂ ਨੂੰ ਹੋ ਗਏ, 12 ਵਜੇ ਤੋਂ ਥੋੜੀ ਜਿਹੀ ਰਾਤ ਉੱਤੇ ਚਲੀ ਗਈ। ਤਕਰੀਬਨ 1 ਮੀਲ ਦੀ ਦੂਰੀ ਤੋਂ ਨਰਸਿੰਘੇ ਵੱਜਣ ਦੀ ਆਵਾਜ਼ ਸੁਣਾਈ ਦੇਣ ਲੱਗ ਪਈ। ਜਿੱਦਾਂ ਜਿੱਦਾਂ ਆਵਾਜ਼ ਨੇੜੇ ਆਈ ਜਾਵੇ, ਇਹ ਆਵਾਜ਼ ਜ਼ਿਆਦਾ ਤੋਂ ਜ਼ਿਆਦਾ ਸੁਣੇ। ਜਿਸ ਵੇਲੇ ਬਿਲਕੁਲ ਡੇਰੇ ਦੇ ਨੇੜੇ ਆਵਾਜ਼ ਆ ਗਈ, ਹੁਣ ਇਹਨਾਂ ਨਰਸਿੰਘਿਆਂ ਦੀ ਆਵਾਜ਼ ਦੇ ਨਾਲ ਨਾਲ ਜਿਵੇਂ ਜੋਗੀ ਆਦੇਸ਼ ਆਦੇਸ਼ ਔਲਖ ਔਲਖ ਦੇ ਖੁੱਲੇ ਗੜਕਵੇਂ ਆਵਾਜ਼ੇ ਦਿੰਦੇ ਸੁਣੇ। ਉਹ ਆਵਾਜ਼ਾਂ ਸੁਣਦੀਆਂ ਹਨ ਪਰ ਕਿਸੇ ਨੂੰ ਕੁਝ ਦਿਸਦਾ ਨਹੀਂ। ਧੂਣੇ ਦੇ ਬਿਲਕੁਲ ਕੋਲ ਆ ਗਏ, ਆਦੇਸ਼ ਆਦੇਸ਼ ਦੇ ਆਵਾਜ਼ੇ ਸਾਰਿਆਂ ਨੂੰ ਸੁਣਦੇ। ਫਿਰ ਵਾਯੂਮੰਡਲ ਸ਼ਾਂਤ ਹੋ ਗਿਆ। ਤਕਰੀਬਨ ਅੱਧਾ ਘੰਟਾ ਇਸੇ ਤਰ੍ਹਾਂ ਚੁੱਪ ਵਰਤੀ ਰਹੀ, ਕੋਈ ਨਹੀਂ ਬੋਲਿਆ, ਕੋਈ ਨਹੀਂ ਕੁਸਕਿਆ। ਫਿਰ ਇੱਕ ਨਰਸਿੰਘਾ ਬੜੀ ਗੜਕਵੀਂ ਆਵਾਜ਼ ਦੇ ਵਿੱਚ ਵੱਜਿਆ। ਸਾਰਿਆਂ ਦੇ ਮੁਖੋਂ ਆਦੇਸ਼ ਆਦੇਸ਼ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋਈਆਂ। ਉਸੇ ਤਰ੍ਹਾਂ ਨਰਸਿੰਘੇ ਵੱਜਣ ਲੱਗ ਪਏ ਜਿਵੇਂ ਉਹਨਾਂ ਦੇ ਆਉਂਦਿਆਂ ਤੇ ਵੱਜੇ ਸੀ। ਫਿਰ ਪਹਾੜ ਦੀ ਤਰਫ ਨੂੰ ਸਾਰੇ ਚਲੇ ਗਏ। ਉਹਨਾਂ ਦੇ ਗਿਆਂ ਤੋਂ ਬਾਅਦ ਸਾਰਿਆਂ ਨੇ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੂੰ ਪੁੱਛਿਆ, ਮਹਾਰਾਜ ਜੀ ਇਹ ਤਾਂ ਸਾਨੂੰ ਪਤਾ ਲੱਗ ਗਿਆ ਵੀ ਇਹ ਸਿੱਧ ਨਾਥ ਆਏ ਸੀ, ਪਰ ਸਾਨੂੰ ਇਹਨਾਂ ਦੇ ਦਰਸ਼ਨ ਨਹੀਂ ਹੋਏ। ਮਹਾਰਾਜ ਦਰਸ਼ਨ ਕਿਉਂ ਨਹੀਂ ਹੋਏ? ਤਾਂ ਮਹਾਰਾਜ ਬੜੇ ਪਿਆਰ ਨਾਲ ਕਹਿੰਦੇ, ਤੁਸੀਂ ਅਜੇ ਇਹਨਾਂ ਦੇ ਦਰਸ਼ਨਾਂ ਦੇ ਕਾਬਿਲ ਨਹੀਂ ਹੋਏ, ਅਧਿਕਾਰੀ ਨਹੀਂ ਹੋਏ। ਤੁਹਾਡਾ ਅੰਤਸ਼ਕਰਨ ਇਹਨਾਂ ਲੋਕਾਂ ਦਾ ਦਰਸ਼ਨ ਨਹੀਂ ਸਹਾਰ ਸਕਦਾ। ਜੇ ਇਹਨਾਂ ਦਾ ਦਰਸ਼ਨ ਹੋ ਜਾਵੇ ਤਾਂ ਤੁਹਾਡੇ ਤੋਂ ਝੱਲਿਆ ਨਹੀਂ ਜਾਣਾ। ਸੋ ਪੂਰਨ ਗਿਆਨਵਾਨ ਕੋਈ ਹੋ ਜਾਵੇ, ਉਸ ਬ੍ਰਹਮ ਗਿਆਨ ਦੀ ਅਵਸਥਾ 'ਚ ਪਹੁੰਚੇ ਤਾਂ ਉਹਨੂੰ ਇਹਨਾਂ ਦੇ ਦਰਸ਼ਨ ਹੋਣ। ਤਾਂ ਉਸ ਦਿਨ ਤੋਂ ਬਾਕੀ ਸਾਰਿਆਂ ਦੀ ਸ਼ਰਧਾ ਬਹੁਤ ਵੱਧ ਗਈ। ਫਿਰ ਹੁਣ ਧੂਣੇ ਦੇ ਵਿੱਚ ਕੋਈ ਵੀ ਕਮੀ ਨਾ ਰੱਖਿਆ ਕਰਦਾ, ਧੂਣਾ ਜ਼ਰੂਰ ਬਾਲਿਆ ਕਰਦੇ। ਸੋ ਇੱਥੇ ਹੁਣ ਜਿਹੜੇ ਸ਼ੰਕਾਵਾਦੀ ਲੋਕ ਨੇ, ਉਹਨਾਂ ਦਾ ਤਾਂ ਸੁਭਾਅ ਹੈ ਸ਼ੰਕਾ ਕਰਨੀ। ਜਿਸ ਤਰ੍ਹਾਂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਸੁਪੁੱਤਰ ਧੂਣਾ ਬਾਲਿਆ ਕਰਦੇ। ਸੋ ਇਹ ਕੋਈ ਨਾ ਕੋਈ ਰਾਜ, ਕੋਈ ਨਾ ਕੋਈ ਰਮਜ ਹੋਇਆ ਕਰਦੀ ਹੈ। ਜਿੱਥੇ ਤੱਕ ਸਾਡੀ ਪਹੁੰਚ ਨਾ ਹੋਵੇ, ਜਿਹੜੀ ਗੱਲ ਨੂੰ ਅਸੀਂ ਸਮਝ ਨਾ ਸਕਦੇ ਹੋਈਏ, ਉਹਨੂੰ ਇਹ ਕਹਿ ਕੇ ਰੱਦ ਕਰ ਦੇਣਾ ਵੀ ਇਹ ਹੋ ਹੀ ਨਹੀਂ ਸਕਦਾ, ਇਹ ਗਲਤ ਹੈ। ਤੋ ਇਹ ਕੋਈ ਬਹੁਤੀ ਸਿਆਣਪ ਨਹੀਂ। ਤੋ ਰੱਬ ਦੇ ਪਿਆਰਿਆਂ ਦੀ ਸੰਗਤ ਕੀਤਿਆਂ ਹੀ ਪਤਾ ਲੱਗਦਾ ਵੀ ਇਹਨਾਂ ਗੱਲਾਂ ਦਾ ਕੋਈ ਨਾ ਕੋਈ ਮਤਲਬ ਹੈ।
ਸੰਤ ਮਹਾਰਾਜ ਹਮੇਸ਼ਾ ਆਪਣੀ ਰਿਹਾਇਸ਼ ਕਾਨਿਆਂ ਦੀ ਕੁੱਲੀ ਵਿੱਚ ਰੱਖਦੇ। ਬਹੁਤ ਤਿਆਗੀ ਵਿਰਾਗੀ ਬਣ ਕੇ ਮਹਾਂਪੁਰਖ ਰਹਿ ਰਹੇ ਸੀ। ਸੋ ਇੱਕ ਜੋਗੀ ਮਹਾਂਪੁਰਖਾਂ ਦੇ ਕੋਲ ਆਇਆ ਤੇ ਮਹਾਂਪੁਰਖਾਂ ਨੂੰ ਕਹਿਣ ਲੱਗਾ, ਕਹਿੰਦਾ ਸੰਤ ਜੀ ਕੋਈ ਕਰਾਮਾਤ ਵੀ ਹੈ? ਤੋ ਇਸ ਤਰ੍ਹਾਂ ਨਾਲ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਕਰਾਮਾਤਾਂ ਤਾਂ ਗੁਰੂ ਨਾਨਕ ਦੇ ਘਰ ਦੇ ਕੂਕਰਾਂ ਵਿੱਚ ਵੀ ਹਨ, ਤੇ ਤੁਸੀਂ ਕੀ ਕਰਾਮਾਤ ਦੇਖਣੀ ਹੈ? ਤਾਂ ਉਹ ਕਹਿਣ ਲੱਗਾ, ਕਹਿੰਦਾ ਅੱਜ ਮੈਂ ਤੁਹਾਡੇ ਘਰ ਦੀ ਕਰਾਮਾਤ ਦੇਖਣੀ ਹੈ, ਮੈਂ ਦੁੱਧ ਛਕਣਾ ਹੈ। ਦੇਖੀਏ ਗੁਰੂ ਨਾਨਕ ਦੇ ਘਰਦਿਆਂ ਵਿੱਚ ਇੰਨੀ ਕਰਾਮਾਤ ਹੈ ਵੀ ਮੈਨੂੰ ਦੁੱਧ ਨਾਲ ਰਜਾ ਦੇਣਗੇ। ਤਾਂ ਸੰਤ ਮਹਾਰਾਜ ਕਹਿੰਦੇ ਗੁਰੂ ਨਾਨਕ ਦੇ ਘਰ ਵਿੱਚ ਤਾਂ ਦੁੱਧ ਬਹੁਤ, ਇੱਥੇ ਕਿਸੇ ਚੀਜ਼ ਦੀ ਕਮੀ ਨਹੀਂ ਹੈ। ਤੇ ਸੰਤਾਂ ਨੇ ਲੰਗਰ ਦੇ ਵਿੱਚੋਂ ਸੇਵਾਦਾਰਾਂ ਨੂੰ ਜੋਗੀ ਜੀ ਨੂੰ ਦੁੱਧ ਛਕਾਉਣ ਲਈ ਕਿਹਾ। ਜੋਗੀ ਜੀ ਨੂੰ ਸੇਵਾਦਾਰ ਨਾਲ ਲੈ ਗਏ ਤੇ ਨਿੰਮ ਦੇ ਹੇਠਾਂ ਜੋਗੀ ਜੀ ਬੈਠ ਗਏ। ਹੁਣ ਜਿਹੜਾ ਖੱਪਰ ਸੀ ਜੋਗੀ ਦੇ ਕੋਲ, ਉਹਨੇ ਰੱਖ ਦਿੱਤਾ ਸਾਹਮਣੇ ਤੇ ਲੰਗਰ ਦੇ ਵਿੱਚੋਂ ਮਿੱਠਾ ਪਾ ਕੇ ਦੁੱਧ ਲਿਆਂਦਾ ਸੇਵਾਦਾਰ ਨੇ। ਉਹਦੇ ਵਿੱਚ ਦੁੱਧ ਪਾਈ ਜਾਣ ਤੇ ਜੋਗੀ ਛਕੀ ਜਾਵੇ। ਹੁਣ ਉਹਨੇ ਸਿੱਧੀ ਕੀਤੀ ਹੋਈ ਸੀ ਤੇ ਇੱਧਰ ਹੁਣ ਦੁੱਧ ਮਸਤਾਨਾ ਹੋਣ ਵਾਲਾ ਹੋ ਗਿਆ ਤੇ ਬੇਨਤੀ ਕੀਤੀ। ਬੀਬੀ ਰਾਧੋ ਜੀ ਲੰਗਰ ਵਿੱਚ ਸੇਵਾ ਕਰਦੇ ਸੀ, ਉਹ ਕਹਿਣ ਲੱਗੇ ਵੀ ਹੁਣ ਤੁਸੀਂ ਸੰਤ ਮਹਾਰਾਜ ਨੂੰ ਜਾ ਕੇ ਬੇਨਤੀ ਕਰੋ। ਦੁੱਧ ਦਾ ਜਿਹੜਾ ਗੜਬਾ ਬਚਿਆ ਹੋਇਆ ਉਹ ਗੜਬਾ ਲੈ ਕੇ ਤੇ ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਕੋਲ ਸੇਵਾਦਾਰ ਗਿਆ। ਜਾ ਕੇ ਬੇਨਤੀ ਕੀਤੀ ਵੀ ਮਹਾਰਾਜ ਆਹ ਗੱਲ ਹੈ ਵੀ ਉਹ ਤਾਂ ਜੋਗੀ ਆਪਣੀ ਕਰਾਮਾਤ ਦਿਖਾਲ ਰਿਹਾ ਤੇ ਦੁੱਧ ਖਤਮ ਕਰੀ ਜਾ ਰਿਹਾ। ਤੇ ਮਹਾਂਪੁਰਸ਼ ਮੁਸਕਰਾ ਕੇ ਕਹਿੰਦੇ ਵੀ ਲਿਆ ਦੁੱਧ ਦਾ ਗੜਬਾ ਫੜਾ ਸਾਨੂੰ। ਮਹਾਂਪੁਰਖਾਂ ਨੇ ਦੁੱਧ ਦੇ ਗੜਬੇ ਵੱਲ ਨਿਗਾਹ ਕੀਤੀ, ਮੂਲ ਮੰਤਰ ਦਾ ਪਾਠ ਕੀਤਾ ਤੇ ਮਹਾਂਪੁਰਖ ਕਹਿੰਦੇ ਚੰਗਾ ਹੁਣ ਜਾ ਬਈ ਇਸ ਗੜਬੇ ਵਿੱਚੋਂ ਜਿੰਨਾ ਮਰਜ਼ੀ ਉਹਨੂੰ ਛਕਾਈ ਜਾਈ। ਤੇ ਹੁਣ ਉਹ ਗੜਬਾ ਲਿਆ ਕੇ ਜੋਗੀ ਜੀ ਨੂੰ ਭਾਈ ਸਾਹਿਬ ਮੇਹਰ ਸਿੰਘ ਜੀ, ਜਿਨ੍ਹਾਂ ਦੀ ਲੰਗਰ ਵਿੱਚ ਉਸ ਵੇਲੇ ਡਿਊਟੀ ਸੀ, ਲੱਗੇ ਛਕਾਉਣ ਲੱਗੇ ਤੇ ਗੜਬੇ ਵਿੱਚੋਂ ਦੁੱਧ ਨਾ ਮੁੱਕੇ। 20 ਖੱਪਰ ਭਰ ਕੇ ਉਸ ਨੂੰ ਗੜਬੇ ਦੇ ਵਿੱਚੋਂ ਦੁੱਧ ਦੇ ਪਿਲਾਏ। ਉਹ ਥੱਕ ਗਿਆ ਦੁੱਧ ਪੀ ਕੇ, ਅਖੀਰ ਉਹਨੂੰ ਕਹਿਣਾ ਪਿਆ ਵੀ ਮੈਂ ਹੁਣ ਰੱਜ ਗਿਆ। ਪਰ ਹੁਣ ਇੰਨਾ ਜ਼ਿਆਦਾ ਦੁੱਧ ਪੀ ਲਿਆ, ਪੇਟ ਆਫਰ ਗਿਆ, ਪਚਾ ਨਾ ਸਕਿਆ। ਸੰਤਾਂ ਕੋਲ ਆ ਗਿਆ, ਤਰਲੇ ਪਾਵੇ, ਧਰਤੀ ਤੇ ਲੇਟੇ ਰੋਵੇ ਵੀ ਮੈਂ ਤਾਂ ਮਰ ਚੱਲਿਆ, ਇੰਨਾ ਦੁੱਧ ਮੈਨੂੰ ਪਚਣਾ ਨਹੀਂ ਹੈ ਤੇ ਮੈਨੂੰ ਤਾਂ ਅਫਾਰਾ ਪੈ ਗਿਆ, ਬਹੁਤ ਜ਼ਿਆਦਾ ਤੰਗ ਉਸ ਵੇਲੇ। ਤਾਂ ਮਹਾਂਪੁਰਖਾਂ ਨੂੰ ਕਹਿੰਦਾ ਗੁਰੂ ਨਾਨਕ ਮਹਾਰਾਜ ਦਾ ਵਾਸਤਾ ਮੇਰੀ ਰੱਖਿਆ ਕਰੋ, ਮੇਰੀ ਜਾਨ ਬਖਸ਼ ਲਓ, ਮੈਂ ਜ਼ਿੰਦਗੀ 'ਚ ਕਦੇ ਕਿਸੇ ਸਾਧੂ ਦੀ ਅਜਮਾਈ ਨਹੀਂ ਕਰੂੰਗਾ, ਹੁਣ ਮੈਨੂੰ ਬਖਸ਼ ਲਓ। ਸੰਤਾਂ ਨੇ ਆਪਣੇ ਸੁਭਾਅ ਅਨੁਸਾਰ ਹੱਸ ਕੇ ਕਿਹਾ, ਕਹਿੰਦੇ ਸਿੱਧ ਜੀ ਹੁਣ ਜੇ ਇਹ ਦੁੱਧ ਪਹੁੰਚਾਉਣਾ ਤਾਂ ਉੱਥੇ ਸਾਹਮਣੇ ਸਿੱਧ ਆਸਣ ਲਾ ਕੇ ਸਿਮਰਨ ਕਰੋ, ਦੁੱਧ ਹਜਮ ਹੋ ਜਾਏਗਾ। ਤਾਂ ਸੰਤਾਂ ਦੇ ਬਚਨਾਂ ਅਨੁਸਾਰ ਉਹ ਫਿਰ ਉੱਥੇ ਚੌਂਕੜਾ ਲਾ ਕੇ ਬਹਿ ਗਿਆ। ਤਾਂ ਹੌਲੀ ਹੌਲੀ ਫਿਰ ਉਹ ਜਿਹੜਾ ਦੁੱਧ ਸੀ ਉਹ ਪਚਿਆ। ਤਾਂ ਇਸੇ ਪ੍ਰਕਾਰ ਇੱਕ ਹੋਰ ਫਕੀਰ ਸੰਤਾਂ ਦੇ ਕੋਲ ਆਇਆ ਤੇ ਉਹਨੇ ਹਰੇ ਰੰਗ ਦਾ ਚੋਲਾ ਪਾਇਆ ਹੋਇਆ ਸੀ ਤੇ ਇੱਕ ਹੱਥ ਦੇ ਵਿੱਚ ਰੰਗ ਬਰੰਗੇ ਮਣਕਿਆਂ ਦੀ ਮਾਲਾ ਫੜੀ ਹੋਈ ਸੀ। ਤੇ ਮਹਾਂਪੁਰਖਾਂ ਦੇ ਕੋਲ ਉਹ ਮੁਸਲਮਾਨ ਫਕੀਰ ਆ ਕੇ ਕਹਿਣ ਲੱਗਾ ਵੀ ਐਵੇਂ ਹੀ ਬਾਬਾ ਜੀ ਘਰ-ਬਾਰ ਛੱਡਿਆ ਹੋਇਆ ਕਿ ਕੋਈ ਕਰਾਮਾਤ ਵੀ ਹੈ? ਮਹਾਂਪੁਰਖ ਬਾਬਾ ਜਵਾਲਾ ਸਿੰਘ ਕਹਿੰਦੇ ਗੁਰੂ ਨਾਨਕ ਮਹਾਰਾਜ ਦਰਵੇਸ਼ ਸਨ। ਦਰਵੇਸ਼ ਦਾ ਅਰਥ ਦਰਵੇਸ਼ ਭਾਵ ਜੋ ਸਾਈਂ ਦੇ ਦਰ ਵਿੱਚ ਪ੍ਰਵੇਸ਼ ਕਰ ਜਾਵੇ। ਤੋ ਮਹਾਂਪੁਰਖਾਂ ਨੇ ਗੁਰੂ ਨਾਨਕ ਸਾਹਿਬ ਦੀ ਸਿਫਤ ਦੇ ਵਿੱਚ ਬਚਨ ਕਹੇ ਤੇ ਬਚਨ ਕੀਤੇ ਵੀ ਸੰਤੋਖ ਰੱਖਣਾ ਚਾਹੀਦਾ ਸੰਤ ਜੀ, ਕਰਾਮਾਤਾਂ ਦਿਖਾਉਣੀਆਂ ਕਹਿਰ ਹੁੰਦਾ। ਤੇ ਉਹ ਕਹਿਣ ਲੱਗਾ ਜੇ ਕੋਈ ਕਰਾਮਾਤ ਹੀ ਨਹੀਂ ਹੈ ਤਾਂ ਫਿਰ ਐਵੇਂ ਘਰ-ਬਾਰ ਛੱਡ ਕੇ ਬੈਠੇ ਹੋ, ਕੀ ਫਾਇਦਾ? ਇਹਦੇ ਨਾਲੋਂ ਆਪਣੇ ਘਰ-ਬਾਰ 'ਚ ਬੈਠੋ ਜਾ ਕੇ, ਐਵੇਂ ਸਾਧ ਬਣੇ ਹੋਏ ਹੋ। ਮਹਾਂਪੁਰਖ
ਸੁਣੀ ਗਏ। ਚਲੋ ਜਿਗਰਾ ਸਾਧੂਆਂ ਦਾ ਧੀਰਜ। ਪਰ ਉਹ ਅਖੀਰ ਜਿਹੜਾ ਉਹ ਮੁਸਲਮਾਨ ਫਕੀਰ ਆਇਆ ਸੀ, ਉਹ ਸੰਤਾਂ ਨੂੰ ਕਹਿਣ ਲੱਗਾ, ਤੁਹਾਡਾ ਗੁਰੂ ਨਾਨਕ ਵੀ ਤੁਹਾਡੇ ਵਾਂਗੂ ਖਲ ਮਖਾਲੀ ਹੋਣਾ, ਉਹਦੇ ਵਿੱਚ ਵੀ ਕੋਈ ਕਰਾਮਾਤ ਨਹੀਂ ਹੋਣੀ। ਤਾਂ ਹੁਣ ਜਦੋਂ ਗੁਰੂ ਨਾਨਕ ਮਹਾਰਾਜ ਦੇ ਬਾਰੇ ਵੀ ਉਸ ਫਕੀਰ ਨੇ, ਉਸ ਮੁਸਲਮਾਨ ਪੀਰ ਨੇ ਮਾੜਾ ਚੰਗਾ ਲਫ਼ਜ਼ ਬੋਲ ਦਿੱਤਾ, ਤੇ ਸੰਤ ਬਾਬਾ ਜਵਾਲਾ ਸਿੰਘ ਜੀ ਹੁਣ ਉੱਠ ਕੇ ਕਹਿੰਦੇ ਆਓ ਚੱਲੀਏ, ਤੇ ਜੰਗਲ ਵੱਲ ਨੂੰ ਉਸ ਫਕੀਰ ਨੂੰ ਨਾਲ ਲੈ ਗਏ। ਤੇ ਮਹਾਂਪੁਰਸ਼ ਕਹਿੰਦੇ ਦੱਸੋ ਜੀ ਤੁਹਾਡੇ 'ਚ ਕੀ ਕਰਾਮਾਤ ਹੈ। ਤੇ ਉਹਨੇ ਆਪਣੇ ਜੰਤਰ ਮੰਤਰ ਕਰਨੇ ਸ਼ੁਰੂ ਕੀਤੇ। ਇੱਕ ਬੜੀ ਭਿਆਨਕ ਸ਼ਕਲ ਵਾਲਾ ਪ੍ਰੇਤ ਉੱਥੇ ਪ੍ਰਗਟ ਹੋਇਆ। ਮਹਾਂਪੁਰਖ ਬਾਬਾ ਜਵਾਲਾ ਸਿੰਘ ਜੀ ਕਹਿੰਦੇ ਬਸ ਇਹੀ। ਤਾਂ ਉਹ ਮੁਸਲਮਾਨ ਫਕੀਰ ਕਹਿੰਦਾ ਇਹ ਕਿਤੇ ਸੌਖੀ ਗੱਲ, ਮੈਂ ਬੜੇ ਕਠਿਨ ਸਾਧਨ ਕਰਕੇ ਇਹਨੂੰ ਵੱਸ 'ਚ ਕੀਤਾ। ਇਹ 52 ਵੀਰਾਂ ਵਿੱਚੋਂ ਇੱਕ ਵੀਰ ਆ। ਇਹ ਥੋੜ੍ਹੇ ਮਿੰਟਾਂ ਵਿੱਚ ਸ਼ਹਿਰਾਂ ਦੇ ਸ਼ਹਿਰ ਫਨਾਹ ਕਰ ਸਕਦਾ, ਇਹਦੇ ਵਿੱਚ ਇੰਨੀ ਤਾਕਤ ਆ। ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਕਹਿੰਦੇ ਇੰਨੀ ਕੁ ਵਸਤੂ ਪਾ ਕੇ ਇੰਨਾ ਹੰਕਾਰ ਹੋ ਗਿਆ ਤੁਹਾਨੂੰ? ਤੁਸੀਂ ਕੀ ਸੋਚਦੇ ਵੀ ਇਹ ਕਿ ਬਹੁਤ ਵੱਡੀ ਚੀਜ਼ ਹੈ? ਗੁਰੂ ਨਾਨਕ ਦੇ ਘਰ ਦੀ ਬਰਾਬਰੀ ਇਹ ਕਰ ਸਕਦਾ? ਤਾਂ ਉਹ ਕਹਿੰਦਾ ਗੁਰੂ ਨਾਨਕ ਦੇ ਘਰ ਵਿੱਚੋਂ ਮੈਨੂੰ ਕੁਝ ਦਿਖਾਵੋ ਵੀ ਫੇਰ ਇਹ ਮੈਨੂੰ ਪਤਾ ਲੱਗੂ ਵੀ ਤੁਹਾਡੇ ਵਿੱਚ ਵੀ ਕੋਈ ਤਾਕਤ ਹੈ। ਤਾਂ ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਉਸ ਵੇਲੇ ਐਸੀ ਦ੍ਰਿਸ਼ਟੀ ਕੀਤੀ ਜਲਾਲ ਦੇ ਨਾਲ, ਤਾਂ ਉਸ ਵੇਲੇ ਐਸੀ ਖੇਡ ਵਰਤੀ, ਗੋਰਖਨਾਥ ਤੋਂ ਲੈ ਕੇ 9 ਨਾਥ, 84 ਸਿੱਧ, ਬੜੇ ਬੜੇ ਮੁਸਲਮਾਨ ਫਕੀਰ, ਤੇ ਹੋਰ ਭਿਆਨਕ ਸ੍ਰਿਸ਼ਟੀ, ਬੜੇ ਬੜੇ ਰਾਖਸ਼, 52 ਵੀਰ, ਜੋਗਣੀਆਂ, ਮਸਾਣੀਆਂ, ਭੈਰੋ, ਹਨੂਮਾਨ, ਇਹ ਸਾਰੀ ਸ੍ਰਿਸ਼ਟੀ ਸਾਹਮਣੇ ਆ ਕੇ ਖੜੀ ਹੋ ਗਈ। ਤਾਂ ਜਿਸ ਵੇਲੇ ਬਾਬਾ ਜਵਾਲਾ ਸਿੰਘ ਜੀ ਦੇ ਸਾਹਮਣੇ ਸਾਰੇ ਖੜੇ ਹੱਥ ਜੋੜ ਕੇ ਖੜੇ ਬੇਨਤੀਆਂ ਕਰਦੇ, ਮਹਾਰਾਜ ਹੁਕਮ ਕਰੋ, ਸੇਵਾ ਦੱਸੋ। ਤਾਂ ਹੁਣ ਉਹ ਜਿਹੜਾ ਮੁਸਲਮਾਨ ਪੀਰ ਸੀ ਉਹ ਤਾਂ ਥਰ ਥਰ ਕੰਬੇ, ਮਹਾਂਪੁਰਸ਼ਾਂ ਦੇ ਚਰਨਾਂ ਦੇ ਵਿੱਚ ਲਿਟੇ ਵੀ ਕਿਸੇ ਤਰ੍ਹਾਂ ਹੁਣ ਮੈਨੂੰ ਬਖਸ਼ ਲਓ, ਤੇ ਇਹ ਜਿਹੜੀ ਸ੍ਰਿਸ਼ਟੀ ਆ ਇਹਨੂੰ ਤੁਸੀਂ ਅਲੋਪ ਕਰ ਲਓ, ਨਹੀਂ ਤਾਂ ਮੇਰਾ ਤਾਂ ਦਿਲ ਫੇਲ ਹੋ ਜਾਣਾ, ਮੈਂ ਮਰ ਜਾਣਾ। ਤੋਬਾ ਕਰੀ, ਕੰਨਾਂ ਨੂੰ ਹੱਥ ਲਾਏ, ਬੇਨਤੀਆਂ ਕਰੇ ਵੀ ਮੈਨੂੰ ਹੁਣ ਬਚਾ ਲਓ। ਤਾਂ ਮਹਾਂਪੁਰਖਾਂ ਨੇ ਫਿਰ ਇਹਦੇ 'ਤੇ ਤਰਸ ਕਰਕੇ ਇਹ ਗੁਪਤ ਫੌਜਾਂ ਨੂੰ ਫਿਰ ਅੰਤਰ ਧਿਆਨ ਕੀਤਾ। ਪਰ ਉਸ ਫਕੀਰ ਤੋਂ ਫਿਰ ਧਰਤੀ 'ਤੇ ਲਕੀਰਾਂ ਕਢਾਈਆਂ ਵੀ ਅੱਗੇ ਤੋਂ ਕਦੇ ਵੀ ਗੁਰੂ ਨਾਨਕ ਦੇ ਘਰ ਦੀ ਪ੍ਰੀਖਿਆ ਨਹੀਂ ਕਰਨੀ, ਗੁਰੂ ਨਾਨਕ ਦੇ ਘਰ ਨੂੰ ਨੀਵਾਂ ਨਹੀਂ ਕਹਿਣਾ ਕਦੇ ਵੀ। ਖੁਦਾ ਦਾ ਜਾਪ ਕਰ, ਹੰਕਾਰ ਨਾ ਕਰ, ਪਰਮਾਤਮਾ ਇੱਕ ਹੈ, ਤੇ ਪਰਮਾਤਮਾ ਦਾ ਪਿਆਰਾ ਕੋਈ ਕਿਸੇ ਰੂਪ ਦੇ ਵਿੱਚ ਵੀ ਉਹਨੂੰ ਯਾਦ ਕਰੇ, ਅੱਲਾ ਅੱਲਾ ਕਰੇ, ਰਾਮ ਰਾਮ ਕਰੇ, ਵਾਹਿਗੁਰੂ ਵਾਹਿਗੁਰੂ ਕਰੇ। ਕੋਈ ਕਿਸੇ ਤਰੀਕੇ ਵੀ ਪਰਮਾਤਮਾ ਦਾ ਜਾਪ ਕਰਦਾ, ਕਦੇ ਕਿਸੇ ਰੱਬ ਦੇ ਰਾਹ ਤੇ ਚੱਲਣ ਵਾਲੇ ਰੱਬ ਦੇ ਪਿਆਰੇ ਦੀ ਪਰਖ ਨਹੀਂ ਕਰੀਦੀ, ਕਦੇ ਕਿਸੇ ਨੂੰ ਨੀਵਾਂ ਦਿਖਾਲਣ ਦੀ ਕੋਸ਼ਿਸ਼ ਨਹੀਂ ਕਰੀਦੀ। ਇਸ ਤਰ੍ਹਾਂ ਨਾਲ ਸੰਤ ਬਾਬਾ ਜਵਾਲਾ ਸਿੰਘ ਜੀ ਨੇ ਅਖੀਰ ਉਸ ਹੰਕਾਰੀ ਦਾ ਹੰਕਾਰ ਤੋੜਿਆ ਤੇ ਉਹਨੂੰ ਸਿੱਧੇ ਰਾਹੇ ਪਾਇਆ। ਤੋ ਇਸ ਤਰ੍ਹਾਂ ਮਹਾਂਪੁਰਖ ਬੰਦਗੀ ਦੇ ਵਿੱਚ ਪੂਰੇ ਸੂਰੇ ਸੰਤ ਬਾਬਾ ਜਵਾਲਾ ਸਿੰਘ ਜੀ ਦੇ ਜੀਵਨ ਦੀਆਂ ਅਨੇਕਾਂ ਸਾਖੀਆਂ, ਅਨੇਕਾਂ ਵਚਨ ਆਪਾਂ ਹੋਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸਰਵਣ ਕਰਾਂਗੇ। ਗੁਰੂ ਪਾਤਸ਼ਾਹ ਕਿਰਪਾ ਕਰਨ, ਆਪ ਜੀ ਬੜੇ ਪ੍ਰੇਮ ਭਾਵਨਾ ਦੇ ਨਾਲ ਬਹੁਤ ਜੁੜ ਕੇ ਆਪ ਜੀ ਸਰਵਣ ਕਰਦੇ ਹੋ। ਜਿਨ੍ਹਾਂ ਪ੍ਰੇਮੀਆਂ ਦਾ ਸਮਾਂ ਨਾਲ ਦੀ ਨਾਲ ਲਾਈਵ ਸੁਣਨ ਦਾ ਹੁੰਦਾ, ਆਪ ਜੀ ਜੁੜਦੇ ਹੋ। ਜਿਨ੍ਹਾਂ ਦਾ ਇਸ ਵੇਲੇ ਸਮਾਂ ਨਹੀਂ ਹੁੰਦਾ, ਕੋਈ ਬਾਅਦ ਵਿੱਚ ਸੁਣਦਾ ਹੈ, ਕੋਈ YouTube ਤੋਂ ਬਾਅਦ ਵਿੱਚ, ਜਿੱਦਾਂ ਜਿੱਦਾਂ ਸਮਾਂ ਬਣਦਾ ਹੈ। ਤੋ ਇਹ ਮਹਾਰਾਜ ਜੀਆਂ ਨੇ ਆਪਾਂ ਨੂੰ ਬਹੁਤ ਭਾਗਾਂ ਭਰਿਆ ਸਮਾਂ ਬਖਸ਼ਿਆ ਹੈ। ਮਹਾਰਾਜ ਕਿਰਪਾ ਕਰਨ, ਆਪਾਂ ਸਾਰਿਆਂ ਨੂੰ ਜੋੜੀ ਰੱਖਣ, ਵੱਧ ਤੋਂ ਵੱਧ ਨਾਮ, ਨਿਤਨੇਮ, ਸਿਮਰਨ, ਭਜਨ ਦੀਆਂ ਦਾਤਾਂ ਸਤਿਗੁਰੂ ਬਖਸ਼ਿਸ਼ ਕਰਨ। ਮਹਾਂਪੁਰਖਾਂ ਦੇ ਜੀਵਨ ਸੁਣ ਕੇ, ਜੀਵਨ ਦੀ ਵਿਚਾਰ ਕਰਕੇ, ਤੇ ਨਿਸ਼ਚਾ ਸਾਡਿਆਂ ਹਿਰਦਿਆਂ ਦੇ ਵਿੱਚ ਆਉਣਾ ਚਾਹੀਦਾ ਵੀ ਜੋ ਵੀ ਆਪਾਂ ਨਿਤਨੇਮ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਸਿਮਰਨ ਕਰਦੇ ਹਾਂ, ਸਤਸੰਗ ਕਰਦੇ ਹਾਂ, ਇਹ ਕਰਮ ਨੇ ਜਿਹੜੇ ਗੁਰੂ ਨਾਨਕ ਦੇ ਘਰ ਦੇ, ਇਹ ਨਿਰਾਰਥਕ ਕਰਮ ਨਹੀਂ ਹਨ। ਇਹਨਾਂ ਦਾ ਕੋਈ ਅਰਥ ਹੈ, ਇਹਨਾਂ ਦਾ ਭਾਵ ਹੈ। ਜੇ ਆਪਾਂ ਕਹੀਏ ਬਈ ਅਸੀਂ ਨਿਤਨੇਮ ਕਰਦਿਆਂ ਸਾਨੂੰ ਇੰਨਾ ਚਿਰ ਹੋ ਗਿਆ, ਸਾਨੂੰ ਬਾਣੀ ਪੜ੍ਹਦਿਆਂ ਇੰਨਾ ਚਿਰ ਹੋ ਗਿਆ, ਸਾਨੂੰ ਤਾਂ ਕੋਈ ਗੁਪਤ ਖੇਡ ਕਦੇ ਦਿਸੀ ਨਹੀਂ। ਤੇ ਸਾਧ ਸੰਗਤ ਜੀ, ਉਹਦੇ ਵਿੱਚ ਬੇਨਤੀ ਇਸ ਤਰ੍ਹਾਂ ਹੈ ਬਈ ਨਿਤਨੇਮ, ਸਿਮਰਨ, ਆਪਣਾ ਪਾਠ ਜਾਪ, ਸੇਵਾ, ਸਤਸੰਗ ਕਰਦੇ ਰਹਿਣਾ ਚਾਹੀਦਾ।
ਇਹ ਸਤਿਗੁਰੂ ਦੀ ਮੌਜ ਹੈ। ਉਹਨੇ ਆਪਾਂ ਨੂੰ ਕਿਵੇਂ ਕਿਵੇਂ ਭਾਰ ਲੰਘਾਉਣਾ ਹੈ। ਗੁਰੂ ਦੇ ਉੱਤੇ ਸ਼ੰਕਾ, ਗੁਰੂ ਦੀ ਬਾਣੀ ਦੇ ਉੱਤੇ ਸ਼ੱਕ ਕਰਨਾ, ਇਹ ਸਿੱਖ ਦਾ ਜੀਵਨ ਨਹੀਂ ਹੋਣਾ ਚਾਹੀਦਾ। ਗੁਰੂ ਕੀ ਬਾਣੀ ਸੰਪੂਰਨ ਸੁੱਖਾਂ ਦੀ ਦਾਤੀ ਹੈ। ਜੇ ਕੋਈ ਕਮੀ ਹੈ ਤੇ ਸਾਡੇ ਵਿੱਚ ਹੈ। ਕਮੀਆਂ ਸਾਡੀਆਂ ਹਨ, ਬਖਸ਼ਿਸ਼ਾਂ ਗੁਰੂ ਦੀਆਂ ਹਨ। ਗੁਰੂ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣੀਏ। ਕਿਸੇ ਵੀ ਭੇਖ ਦਾ ਕੋਈ ਸਾਧੂ ਹੋਵੇ, ਕਿਸੇ ਵੀ ਮੱਤ ਦਾ ਕੋਈ ਸੰਤ ਫਕੀਰ ਹੋਵੇ, ਹਰੇਕ ਦਾ ਸਤਿਕਾਰ ਕਰੋ। ਕਿਸੇ ਨੂੰ ਆਪਣੀ ਜ਼ੁਬਾਨ ਤੋਂ ਮਾੜਾ ਲਫ਼ਜ਼ ਨਾ ਬੋਲੋ। ਜੇ ਕਿਸੇ ਨੂੰ ਭਲਾ ਨਹੀਂ ਕਹਿ ਸਕਦੇ ਤਾਂ ਮਾੜਾ ਵੀ ਨਾ ਕਹੋ। ਆਓ ਹੁਣ ਜਿੰਨੇ ਕੁ ਮਿੰਟ ਰਹਿੰਦੇ ਨੇ ਆਪਾਂ ਜਾਪ ਕਰੀਏ ਤੇ ਫਿਰ ਸਮਾਪਤੀ ਕਰੀਏ ਜੀ। ਵਾਹਿਗੁਰੂ ਸ਼ਲੋਕ ਮਹੱਲਾ ਤੀਜਾ। ਜਗਤ ਜਲੰਦਾ ਰਖ ਲੈ, ਆਪਣੀ ਕਿਰਪਾ ਧਾਰ। ਜਿਤ ਦੁਆਰੇ ਉਬਰੈ, ਤਿਤੈ ਲੈਹੁ ਉਬਾਰ। ਸਤਿਗੁਰ ਸੁਖ ਵਿਖਾਲਿਆ, ਸੱਚਾ ਸ਼ਬਦ ਵਿਚਾਰ। ਨਾਨਕ ਅਵਰ ਨ ਸੁਝਈ, ਹਰ ਬਿਨ ਬਖਸ਼ਣਹਾਰ। ਨਾਨਕ ਅਵਰ ਨ ਸੁਝਈ, ਹਰ ਬਿਨ ਬਖਸ਼ਣਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।